ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਸ਼੍ਰੀ ਸੁਖਮਨੀ ਸਾਹਿਬ ਦੀ 14ਵੀਂ ਅਸ਼ਟਪਦੀ ਕਥਾ ਵਾਰਤਾ ਕਰ ਰਹੇ ਹਾਂ। ਕੱਲ 2 ਪਦਿਆਂ ਦੀ ਕਥਾ ਹੋ ਗਈ ਸੀ, ਅੱਜ ਤੀਸਰੇ ਪਦੇ ਦੀ ਕਥਾ ਸ਼ੁਰੂ ਹੋਣੀ ਹੈ। ਉਹਦੀ ਪਹਿਲੀ ਪੰਕਤੀ ਹੈ, ਬੜ ਭਾਗੀ ਤੇ ਜਨ ਜਗ ਮਾਹੇ। ਬੜ ਭਾਗੀ ਤੇ ਜਨ ਜਗ ਮਾਹੇ, ਸਦਾ ਸਦਾ ਹਰ ਕੇ ਗੁਣ ਗਾਹੇ। ਬੜ ਭਾਗੀ ਹੁੰਦਾ ਵੱਡੇ ਭਾਗਾਂ ਵਾਲੇ, ਤੇ ਮੈਨੇ ਉਹ, ਜਨ ਮੈਨੇ ਵਿਅਕਤੀ, ਮਾਹੇ ਮੈਨੇ ਵਿੱਚ। ਸੰਸਾਰ ਵਿੱਚ ਉਹ ਲੋਕ ਵੱਡੇ ਭਾਗਾਂ ਵਾਲੇ ਹਨ। ਫਿਰ ਆਪ ਹੀ ਮਨ 'ਚ ਕਹਿੰਦੇ ਵੀ ਕਿਹੜੇ ਲੋਕ। ਸੰਸਾਰ ਵਿੱਚ ਉਹ ਲੋਕ ਵੱਡੇ ਭਾਗਾਂ ਵਾਲੇ ਹਨ, ਸਦਾ ਸਦਾ ਹਰ ਕੇ ਗੁਣ ਗਾਹੇ, ਜਿਹੜੇ ਸਦਾ ਹੀ ਹਰੀ ਦੇ ਗੁਣ ਗਾਉਂਦੇ ਹਨ। ਧਰਮ ਅਨੁਸਾਰ ਜਿਹੜਾ ਬੰਦਾ ਪਰਮਾਤਮਾ ਦਾ ਨਾਮ ਜਪਦਾ ਹੈ, ਉਹਨੂੰ ਵੱਡੇ ਭਾਗਾਂ ਵਾਲਾ ਕਿਹਾ। ਮੈਂ ਦੇਖਿਆ ਕਈ ਲੋਕ ਬਦਕਿਸਮਤੀ ਲਿਖਾ ਕੇ ਲਿਆਉਂਦੇ ਨੇ, ਕਈ ਤੇ ਖੁਸ਼ਕਿਸਮਤੀ ਲਿਖਾ ਕੇ ਲਿਆਉਂਦੇ ਨੇ ਆਪਣੇ ਭਾਗਾਂ 'ਚ, ਕਈ ਬਦਕਿਸਮਤੀ ਲਿਖਾ ਕੇ ਲਿਆਉਂਦੇ ਨੇ, ਕਈ ਅਮੀਰੀ ਲਿਖਾ ਕੇ ਲਿਆਉਂਦੇ ਨੇ, ਕਈ ਗਰੀਬੀ ਲਿਖਾ ਕੇ ਲਿਆਉਂਦੇ ਨੇ, ਕਈ ਸੁੱਖ ਲਿਖਾ ਕੇ ਲਿਆਉਂਦੇ ਨੇ, ਕਈ ਦੁੱਖ ਲਿਖਾ ਕੇ ਲਿਆਉਂਦੇ ਨੇ। ਕਿਉਂਕਿ ਜਿਹੋ ਜਿਹੇ ਕਿਸੇ ਨੇ ਕਰਮ ਕੀਤੇ ਹੁੰਦੇ ਨੇ, ਉਹੇ ਜੀ ਉਸਦੇ ਅਗਲੇ ਜਨਮ ਦੀ ਕਿਸਮਤ ਹੋ ਜਾਂਦੀ ਹੈ। ਜੇ ਤਾਂ ਇਹ ਹੁੰਦਾ ਵੀ ਭਾਈ ਜੋ ਕਿਸਮਤ 'ਚ ਲਿਖਿਆ ਇਹੀ ਤੁਸੀਂ ਭੋਗਣਾ, ਫਿਰ ਤਾਂ ਜ਼ਿੰਦਗੀ ਜਿਉਣ ਦਾ ਕੋਈ ਸਵਾਦ ਹੀ ਨਹੀਂ ਸੀ ਹੋਣਾ। ਬਦਕਿਸਮਤ ਨੇ ਬਦਕਿਸਮਤ ਹੀ ਰਹਿ ਜਾਣਾ ਸੀ। ਪਰ ਨਹੀਂ, ਧਰਮ ਨੇ ਬੜੀ ਵੱਡੀ ਧਰਵਾਸ ਦਿੱਤੀ ਹੈ ਕਿ ਚਲੋ ਜੋ ਪਿਛਲੇ ਜਨਮ 'ਚ ਹੋ ਗਿਆ ਹੋ ਗਿਆ, ਉਹ ਤਾਂ ਲਿਖੀ ਗਈ ਤੁਹਾਡੀ ਕਿਸਮਤ। ਹੁਣ ਜੇ ਤੁਸੀਂ ਆਪਣੀ ਕਿਸਮਤ ਨਾਲ ਸੰਤੁਸ਼ਟ ਨਹੀਂ, ਤਾਂ ਤੁਸੀਂ ਆਪਣੀ ਕਿਸਮਤ ਬਦਲ ਸਕਦੇ ਹੋ। ਕਿਸਮਤ ਬਦਲੀ ਜਾ ਸਕਦੀ ਹੈ, ਤੁਸੀਂ ਆਪਣੀ ਕਿਸਮਤ ਬਦਲ ਸਕਦੇ ਹੋ। ਧਰਮ ਇਹ ਕਹਿੰਦਾ ਤੁਸੀਂ ਕਿਸੇ ਵੀ ਸੰਸਾਰਕ ਯਤਨ ਨਾਲ ਆਪਣੀ ਕਿਸਮਤ ਨਹੀਂ ਬਦਲ ਸਕਦੇ। ਜੇ ਤੁਸੀਂ ਆਪਣੀ ਕਿਸਮਤ ਬਦਲਣੀ ਹੈ ਤਾਂ ਤੁਹਾਨੂੰ ਜਾਂ ਤਾਂ ਬਾਣੀ ਪੜ੍ਹਨੀ ਪਵੇਗੀ ਜਾਂ ਨਾਮ ਜਪਣਾ ਪਵੇਗਾ। ਬਾਣੀ ਪੜ੍ਹ ਕੇ ਜਾਂ ਨਾਮ ਜਪ ਕੇ ਬੰਦਾ ਆਪਣੀ ਬਦਕਿਸਮਤੀ ਨੂੰ ਖੁਸ਼ਕਿਸਮਤੀ ਵਿੱਚ ਬਦਲ ਸਕਦਾ ਹੈ। ਇਸ ਲਈ ਗੁਰੂ ਮਹਾਰਾਜ ਕਹਿੰਦੇ ਵੀ ਸੰਸਾਰ 'ਚ ਵੱਡੇ ਭਾਗਾਂ ਵਾਲੇ ਉਹ ਲੋਕ ਹਨ, ਸਦਾ ਸਦਾ ਹਰ ਕੇ ਗੁਣ ਗਾਹੇ, ਜਿਹੜੇ ਸਦਾ ਹੀ ਪਰਮਾਤਮਾ ਦੇ ਗੁਣ ਗਾਉਂਦੇ ਹਨ। ਜੇ ਨਹੀਂ ਅਸੀਂ ਵੱਡੇ ਭਾਗਾਂ ਵਾਲੇ ਗੁਣ ਗਾ ਕੇ, ਨਾਮ ਜਪ ਕੇ, ਬਾਣੀ ਪੜ੍ਹ ਕੇ, ਸਤ ਸੰਗਤ ਕਰਕੇ ਅਸੀਂ ਵੱਡੇ ਭਾਗਾਂ ਵਾਲੇ ਹੋ ਸਕਦੇ ਹਾਂ। ਇਹ ਤਾਂ ਹੁਣ ਆਪਣੀ ਕਿਸ ਹਿੰਮਤ ਹੈ ਬਈ। ਜੇ ਕੋਈ ਵਾਕਈ ਵੱਡੇ ਭਾਗਾਂ ਵਾਲਾ ਹੋਣਾ ਚਾਹੁੰਦਾ, ਫਿਰ ਬਾਣੀ ਪੜ੍ਹਿਆ ਕਰੋ, ਨਾਮ ਜਪਿਆ ਕਰੋ। ਹੌਲੀ ਹੌਲੀ ਕਿਸਮਤ ਬਦਲਣੀ ਸ਼ੁਰੂ ਹੋ ਜਾਏਗੀ। ਹਮੇਸ਼ਾ ਯਾਦ ਰੱਖੀਦਾ, ਇੱਕ ਬੰਦਾ ਬਿਮਾਰ ਹੈ, ਉਹਦੀ ਬਿਮਾਰੀ ਦਾ ਕਾਰਨ ਤੇ ਕੋਈ ਜ਼ਰੂਰ ਹੋਵੇਗਾ ਨਾ। ਜਿਵੇਂ 2 ਬੰਦੇ ਲੜ ਪਏ ਨੇ, ਲੜਾਈ ਦਾ ਕਾਰਨ ਤੇ ਜ਼ਰੂਰ ਹੁੰਦਾ ਨਾ। ਕਾਰਨ ਹੈ, ਦੁੱਖ ਦਾ ਕਾਰਨ ਹੈ, ਬਿਮਾਰੀ ਦਾ ਕਾਰਨ ਹੈ, ਗਰੀਬੀ ਦਾ ਕਾਰਨ ਹੈ। ਜਦੋਂ ਕਾਰਨ ਦਾ ਪਤਾ ਲੱਗ ਜਾਏ ਕਿ ਕਾਰਨ ਕੀ ਹੈ, ਧਰਮ ਕਹਿੰਦਾ ਤੁਹਾਡੇ ਆਪਣੇ ਹੀ ਕਰਮ ਉਸ ਦਾ ਕਾਰਨ ਹਨ। ਦੁੱਖ ਦਾ, ਗਰੀਬੀ ਦਾ, ਮੁਸੀਬਤਾਂ ਦਾ
ਜੋ ਕਾਰਨ ਹੈ ਇਹ ਇਨਸਾਨ ਤੇਰੇ ਆਪਣੇ ਹੀ ਕੀਤੇ ਕਰਮਾਂ ਕਾਰਨ ਹੈ। ਹੁਣ ਕਰਮ ਆਪਾਂ ਨੇ ਕੱਟਣੇ ਨੇ, ਕਿਉਂ ਕਾਰਨ ਕੱਟਾਂਗੇ ਤੇ ਤਾਂ ਹੀ ਜਾ ਕੇ ਕੋਈ ਗੱਲ ਬਣੇਗੀ ਨਾ। ਮੰਨ ਲਓ ਕਿਸੇ ਬੰਦੇ ਦੀ ਢਿੱਡ ਪੀੜ ਹੋ ਰਹੀ ਹੈ, ਉਹ ਡਾਕਟਰ ਕੋਲ ਜਾਂਦਾ। ਡਾਕਟਰ ਸਾਹਿਬ ਉਸ ਤੋਂ ਪੁੱਛਦੇ ਨੇ ਕੱਲ੍ਹ ਕੀ ਖਾਧਾ, ਕੀ ਖਾਂਦੇ ਹੋ, ਕਿਵੇਂ, ਸਾਰਾ ਕੋਈ ਪਤਾ ਕਰਕੇ ਫਿਰ ਉਹਨੂੰ ਕਾਰਨ ਨੂੰ ਲੱਭਦੇ। ਜੇ ਉਹਨਾਂ ਨੂੰ ਕਾਰਨ ਨਾ ਸਮਝ ਆਵੇ ਤਾਂ ਕਈ ਵਾਰੀ ਉਹ ਪੇਟ ਦਾ ਅਲਟਰਾਸਾਊਂਡ ਕਰਾਉਂਦੇ ਨੇ ਵੀ ਪਤਾ ਲੱਗੇ ਵੀ ਕਿਸ ਕਾਰਨ ਇਹਦੀ ਪੇਟ ਦਰਦ ਹੋ ਰਹੀ ਹੈ। ਜਦੋਂ ਕਾਰਨ ਪਤਾ ਲੱਗ ਜਾਏ ਫਿਰ ਦਵਾਈਆਂ ਹੈਗੀਆਂ ਨੇ, ਉਹ ਕਾਰਨ ਨੂੰ ਦੂਰ ਕਰ ਦਿੰਦੀਆਂ। ਜਦੋਂ ਕਾਰਨ ਦੂਰ ਹੋ ਗਿਆ ਪੇਟ ਦਰਦ ਆਪਣੇ ਆਪ ਹੀ ਠੀਕ ਹੋ ਗਿਆ। ਧਰਮ ਨੂੰ ਸਮਝਣ ਲਈ ਜ਼ਰੂਰੀ ਹੈ ਨਾ ਗੱਲਾਂ ਨੂੰ ਸਮਝਣਾ। ਧਰਮ ਇਹੀ ਕਹਿੰਦਾ ਕਿ ਤੁਹਾਡੇ ਦੁੱਖ ਦਾ ਕਾਰਨ ਹੈ, ਤੁਹਾਡੀ ਗਰੀਬੀ ਦਾ ਕਾਰਨ ਹੈ, ਤੁਹਾਡੀ ਮੁਸੀਬਤਾਂ ਦਾ ਕਾਰਨ ਹੈ, ਅਤੇ ਉਹ ਕਾਰਨ ਹੈ ਤੁਹਾਡੇ ਆਪਣੇ ਕਰਮ। ਅਤੇ ਕਰਮ ਨਾਮ ਜਪੇ ਤੋਂ ਬਿਨਾਂ ਨਹੀਂ ਕੱਟਦੇ। ਕਰਮ ਵਿਦੇਸ਼ਾਂ ਜਾਣ ਨਾਲ ਨਹੀਂ ਕੱਟਦੇ। ਕਿਤੇ ਕੋਈ ਸਮਝੇ ਮੈਂ ਵਿਦੇਸ਼ ਜਾ ਕੇ ਸੁਖੀ ਹੋ ਜਾਵਾਂਗਾ, ਐਵੇਂ ਭੁਲੇਖਾ ਹੈ। ਜਿਹਦੇ ਕਰਮ ਚੰਗੇ ਨੇ, ਜਿਹਦੀ ਕਿਸਮਤ ਚੰਗੀ ਹੈ, ਉਹ ਇੱਥੇ ਵੀ ਮੌਜ ਕਰੇਗਾ। ਜੇ ਕਿਸਮਤ ਚੰਗੀ ਹੈ ਪ੍ਰਦੇਸ਼ 'ਚ ਜਾ ਕੇ ਵੀ ਮੌਜ ਕਰੇਗਾ। ਜੇ ਉਹ ਬਦ ਕਿਸਮਤ ਹੈ ਤਾਂ ਇੱਥੇ ਵੀ ਦੁਖੀ ਰਹੇਗਾ ਅਤੇ ਪ੍ਰਦੇਸ਼ ਜਾ ਕੇ ਵੀ ਦੁਖੀ ਰਹੇਗਾ। ਇਸ ਲਈ ਅਸੀਂ ਆਪਣੇ ਕਰਮ ਜਿਹੜੇ ਮਾੜੇ ਹੋ ਗਏ ਨੇ ਉਹਨਾਂ ਨੂੰ ਕੱਟਣਾ। ਉਹ ਕੱਟਦੇ ਨੇ ਬਾਣੀ ਪੜ੍ਹ ਕੇ ਅਤੇ ਨਾਮ ਜਪ ਕੇ। ਇਸ ਲਈ ਗੁਰੂ ਮਹਾਰਾਜ ਦੇ ਵੀ ਜਿਹੜਾ ਨਾਮ ਜਪਦਾ ਨਾ, ਜਿਹੜਾ ਪਰਮਾਤਮਾ ਦੇ ਗੁਣ ਗਾਉਂਦਾ ਸਦਾ, ਉਹ ਸੰਸਾਰ 'ਚ ਵੱਡੇ ਭਾਗਾਂ ਵਾਲੇ ਹਨ। ਬਦਕਿਸਮਤ ਵੀ ਖੁਸ਼ਕਿਸਮਤ ਹੋ ਸਕਦਾ ਹੈ, ਸਿਰਫ ਹਿੰਮਤ ਦੀ ਲੋੜ ਹੈ। ਬਾਣੀ ਪੜ੍ਹੋ, ਨਾਮ ਜਪੋ, ਸਤ ਸੰਗਤ ਕਰੋ। ਸਤ ਸੰਗਤ ਕਰੋਗੇ ਤੇ ਗਿਆਨ ਹੋਏਗਾ। ਜਦੋਂ ਗਿਆਨ ਹੋਏਗਾ ਫਿਰ ਬੰਦਾ ਬਾਣੀ ਪੜ੍ਹੇਗਾ, ਨਾਮ ਜਪੇਗਾ। ਜਿੰਨਾ ਚਿਰ ਗਿਆਨ ਨਹੀਂ ਹੁੰਦਾ ਹੁਣ ਤਾਂ ਪਤਾ ਹੀ ਨਹੀਂ ਵੀ ਬਾਣੀ ਪੜ੍ਹਨ ਦਾ ਕੀ ਲਾਭ ਹੈ, ਨਾਮ ਜਪਣ ਦਾ ਕੀ ਲਾਭ ਹੈ। ਜਿੰਨਾ ਚਿਰ ਕਿਸੇ ਨੂੰ ਲਾਭ ਦਾ ਹੀ ਨਹੀਂ ਪਤਾ ਉਹ ਕਦੇ ਵੀ ਉਹ ਕੰਮ ਨਹੀਂ ਕਰੇਗਾ। ਜਦੋਂ ਉਹਨੂੰ ਗਿਆਨ ਹੋ ਗਿਆ ਕਿ ਬਾਣੀ ਪੜ੍ਹਨ ਦਾ ਆਹ ਲਾਭ ਹੈ, ਨਾਮ ਜਪਣ ਦੇ ਆਹ ਲਾਭ ਨੇ, ਫਿਰ ਉਹ ਇਸ ਪਾਸੇ ਨੂੰ ਲੱਗਦਾ ਹੈ। ਇਸ ਲਈ ਕਹਿੰਦੇ ਬੜ ਭਾਗੀ ਤੇ ਜਨ ਜਗ ਮਾਹੇ। ਉਹ ਲੋਕ ਇਸ ਸੰਸਾਰ 'ਚ ਵੱਡੇ ਭਾਗਾਂ ਵਾਲੇ ਹਨ, ਸਦਾ ਸਦਾ ਹਰ ਕੇ ਗੁਣ ਗਾਹੇ, ਜਿਹੜੇ ਸਦਾ ਸਦਾ ਹੀ ਪਰਮਾਤਮਾ ਦੇ ਗੁਣ ਗਾਉਂਦੇ ਹਨ। ਰਾਮ ਨਾਮ ਜੋ ਕਰਹਿ ਵਿਚਾਰ, ਇੱਥੇ ਵਿਚਾਰ ਤੋਂ ਮਤਲਬ ਜਾਪ ਕਰਨਾ। ਜਿਹੜੇ ਰਾਮ ਨਾਮ ਦਾ ਜਾਪ ਕਰਦੇ ਹਨ, ਪਾਪ ਪਰਮਾਤਮਾ ਦਾ ਨਾਮ ਜਪਦੇ ਨੇ। ਹਰ ਇੱਕ ਨੇ ਆਪਣੇ ਧਰਮ ਅਨੁਸਾਰ ਜਪਣਾ ਹੁੰਦਾ ਹੈ। ਕਿਹੜਾ ਨਾਮ ਫਲੀਭੂਤ ਹੁੰਦਾ ਹੈ? ਦੇਖੋ ਪਰਮਾਤਮਾ ਦੇ ਤਾਂ ਅਨੇਕਾਂ ਹੀ ਨਾਮ ਨੇ। 1200 ਨਾਮ ਤਾਂ ਪਰਮਾਤਮਾ ਦੇ ਜਾਪ ਸਾਹਿਬ ਦੇ ਵਿੱਚ ਹੀ ਹਨ। ਪਰਮਾਤਮਾ ਦੇ ਅਨੇਕਾਂ ਨਾਮ ਨੇ। ਸਵਾਲ ਪੈਦਾ ਹੁੰਦਾ ਵੀ ਕਿਸ ਨਾਮ ਨੂੰ ਫਲ ਲੱਗਦਾ? ਜਿਹੜਾ ਗੁਰੂ ਨੇ ਦਿੱਤਾ ਹੁੰਦਾ, ਜਿਹਨੂੰ ਕਹਿੰਦੇ ਗੁਰ ਮੰਤਰ। ਗੁਰੂ ਨੇ ਵਾਹਿਗੁਰੂ ਵਾਹਿਗੁਰੂ ਦਿੱਤਾ ਤਾਂ ਵਾਹਿਗੁਰੂ ਵਾਹਿਗੁਰੂ ਕਰਨ ਨਾਲ ਹੀ ਫਲ ਲੱਗੇਗਾ। ਉਂਝ ਪਰਮਾਤਮਾ ਦਾ ਕੋਈ ਵੀ ਨਾਮ ਲੈ ਕੇ ਉਹਨੂੰ ਯਾਦ ਕੀਤਾ ਜਾ ਸਕਦਾ ਹੈ, ਪਰ ਜ਼ਿਆਦਾ ਚੰਗਾ ਇਹ ਹੈ, ਜ਼ਿਆਦਾ ਫਲ ਦੇ ਕੇ ਗੁਰਮੰਤਰ ਹੁੰਦਾ। ਗੁਰੂ ਤੋਂ ਗੁਰਮੰਤਰ ਲਓ। ਜਦੋਂ ਗੁਰੂ ਮਹਾਰਾਜ 5 ਪਿਆਰਿਆਂ ਰਾਹੀਂ ਗੁਰਮੰਤਰ ਦਿੰਦੇ ਨੇ ਤਾਂ ਇੱਕ ਤਾਂ ਉਹ ਗੁਰਮੰਤਰ ਦਿੰਦੇ ਨੇ, ਇੱਕ ਨਾਲ ਉਹ ਕੁਰੈਤਾਂ ਦੱਸਦੇ ਨੇ ਵੀ ਭਾਈ ਆਹ ਕੰਮ ਕਰਨੇ ਨੇ। ਕੁਰੈਤਾਂ ਦਾ ਮਤਲਬ ਆਹ ਕੰਮ ਨਹੀਂ ਕਰਨੇ। ਤੁਸੀਂ ਤੁਹਾਡਾ ਗਲਾ ਖਰਾਬ ਹੈ, ਖੰਘ ਲੱਗੀ ਹੈ, ਤੁਸੀਂ ਡਾਕਟਰ ਸਾਹਿਬ ਕੋਲ ਜਾਂਦੇ ਹੋ। ਜਿਹੜੇ ਸਿਆਣੇ ਡਾਕਟਰ ਨੇ ਉਹ ਜਿੱਥੇ ਦਵਾਈ ਦਿੰਦੇ ਨਾਲ ਪਰਹੇਜ਼ ਦੱਸਦੇ ਨੇ। ਭਾਈ ਠੰਡਾ ਪਾਣੀ ਨਹੀਂ ਪੀਣਾ, ਕੋਈ ਖੱਟੀ ਤਲੀ ਹੋਈ ਚੀਜ਼ ਨਹੀਂ ਖਾਣੀ, ਉਹ ਨਾਲ ਪਰਹੇਜ਼ ਦੱਸਦੇ ਨੇ।
ਕਿਉਂਕਿ ਪਰਹੇਜ਼ ਤੋਂ ਬਿਨਾਂ ਜਿਹੜੀ ਆਪਾਂ ਦਵਾਈ ਵਰਤਦੇ ਹਾਂ ਉਹ ਫਿੱਟ ਨਹੀਂ ਬੈਠਦੀ, ਉਹ ਫਲ ਨਹੀਂ ਦਿੰਦੀ। ਮੰਨ ਲਓ ਮੇਰਾ ਗਲਾ ਖਰਾਬ ਹੈ, ਡਾਕਟਰ ਕਹਿੰਦੇ ਵੀ ਬਾਬਾ ਜੀ ਠੰਡਾ ਪਾਣੀ ਵੀ ਨਹੀਂ ਪੀਣਾ, ਖੱਟੀ ਚੀਜ਼ ਵੀ ਨਹੀਂ ਖਾਣੀ, ਅਤੇ ਮੈਂ ਸਵਾਦ 'ਚ ਆ ਕੇ ਠੰਡਾ ਪਾਣੀ ਵੀ ਪੀ ਲਾਂ ਅਤੇ ਅਚਾਰ ਵੀ ਖਾਈ ਜਾਣ ਅਤੇ ਹੋਰ ਖੱਟੀਆਂ ਚੀਜ਼ਾਂ ਖਾਈ ਜਾਣ, ਫਿਰ ਉੱਥੇ ਡਾਕਟਰ ਸਾਹਿਬ ਕੀ ਕਰਨਗੇ, ਉੱਥੇ ਦਵਾਈ ਕੀ ਕਰੇਗੀ। ਜਿਵੇਂ ਸੰਸਾਰ ਦੇ ਵਿੱਚ ਦਵਾਈ ਦੇ ਨਾਲ ਪਰਹੇਜ਼ ਜ਼ਰੂਰੀ ਹੈ, ਇਸ ਧਰਮ ਦੇ ਵਿੱਚ ਵੀ ਪਰਹੇਜ਼ ਕੀ ਹੈ? ਸ਼ੁਭ ਕਰਮ। ਬਈ ਸ਼ੁਭ ਕਰਮ ਕਰਨੇ ਨੇ ਅਤੇ ਨਾਲ ਨਾਮ ਜਪਣਾ। ਬਸ ਦੋ ਗੱਲਾਂ ਯਾਦ ਰੱਖਣੀ। ਸ਼ੁਭ ਕਰਮ ਕਰਨੇ ਨੇ, ਕੋਈ ਮਾੜਾ ਕੰਮ ਨਹੀਂ ਕਰਨਾ। ਸ਼ੁਭ ਕਰਮ ਕਰੋ, ਨਾਮ ਜਪੋ। ਨਾਮ ਦੇ ਤੁਹਾਡੀ ਮਰਜ਼ੀ ਬਾਣੀ ਪੜ੍ਹੀ ਜਾਓ, ਤੁਹਾਡੀ ਮਰਜ਼ੀ ਵਾਹਿਗੁਰੂ ਵਾਹਿਗੁਰੂ ਕਰੀ ਜਾਓ, ਦੋਨਾਂ ਨੇ ਤੁਹਾਨੂੰ ਸੱਚਖੰਡ ਲੈ ਜਾਣਾ। ਇਸ ਲਈ ਕਹਿੰਦੇ ਰਾਮ ਨਾਮ ਜੋ ਕਰਹਿ ਵਿਚਾਰ, ਜੋ ਪਰਮਾਤਮਾ ਦੇ ਨਾਮ ਦਾ ਜਾਪ ਕਰਦੇ ਹਨ, ਸੇ ਧਨਵੰਤ ਗਣੀ ਸੰਸਾਰ। ਧਨਵੰਤ ਹੁੰਦਾ ਅਮੀਰ, ਪਤਵੰਤ ਹੁੰਦਾ ਇੱਜ਼ਤ ਵਾਲਾ, ਵੰਤ ਹੁੰਦਾ ਮਾਲਕ। ਧਨਵੰਤ ਧਨ ਦਾ ਮਾਲਕ, ਭਾਵ ਧਨਵਾਨ, ਭਾਵ ਅਮੀਰ। ਇੱਕ ਸ਼ਬਦ ਹੈ ਸੇ, ਇੱਕ ਸ਼ਬਦ ਹੈ ਸੋ। ਸੱਸੇ ਨੂੰ ਹੋੜਾ ਸੋ, ਉਹ ਇੱਕ ਵਚਨ ਹੁੰਦਾ। ਸੱਸੇ ਲਾ ਸੇ, ਇਹ ਬਹੁ ਵਚਨ ਹੁੰਦਾ ਹੈ। ਜਿਹੜਾ ਕਿ ਧਨਵੰਤ ਸ਼ਬਦ ਹੈ ਇਹ ਬਹੁ ਵਚਨ ਹੈ। ਜੇ ਧਨਵੰਤ ਇੱਕ ਵਚਨ ਹੁੰਦਾ ਤਾਂ ਤੱਤੇ ਨੂੰ ਔਂਕੜ ਹੋਣੀ ਸੀ ਅਤੇ ਸੱਸੇ ਨੂੰ ਹੋੜਾ ਹੋਣਾ ਸੀ, ਫਿਰ ਹੋਣਾ ਸੀ ਸੋ ਧਨਵੰਤ। ਇਹ ਧਨਵੰਤ ਤੱਤੇ ਨੂੰ ਔਂਕੜ ਨਹੀਂ ਹੈ, ਇਸ ਲਈ ਧਨਵੰਤ ਬਹੁਵਚਨ ਹੈ। ਇਸ ਕਰਕੇ ਅੱਗੇ ਵੀ ਬਹੁਵਚਨ ਲੱਗਾ ਸੇ। ਸੇ ਧਨਵੰਤ ਗਣੀ ਮੈਨੇ ਗਿਣੇ ਜਾਂਦੇ ਹਨ ਸੰਸਾਰ। ਸੰਸਾਰ 'ਚ ਉਹ ਲੋਕ ਅਮੀਰ ਗਿਣੇ ਜਾਂਦੇ ਹਨ। ਕਿਹੜੇ? ਰਾਮ ਨਾਮ ਜੋ ਕਰੈ ਵਿਚਾਰ। ਜਿਹੜੇ ਪਰਮਾਤਮਾ ਦਾ ਨਾਮ ਜਪਦੇ ਨੇ ਨਾ, ਕਹਿੰਦੇ ਸੰਸਾਰ 'ਚ ਉਹਨਾਂ ਨੂੰ ਅਮੀਰ ਗਿਣਿਆ ਜਾਂਦਾ ਹੈ। ਤੁਸੀਂ ਕਹੋ ਮਾਇਆ ਵਾਲਾ ਨਹੀਂ ਅਮੀਰ ਹੁੰਦਾ। ਗੁਰੂ ਮਹਾਰਾਜ ਦਾ ਹੁਕਮ ਹੈ ਕਿ ਸਿੱਖ ਕੋਲੇ ਸੰਸਾਰਕ ਮਾਇਆ ਵੀ ਚਾਹੀਦੀ ਹੈ, ਪਰ ਨਾਮ ਧਨ ਵੀ ਚਾਹੀਦਾ। ਇੱਕ ਨਾਲ ਗੱਲ ਨਹੀਂ ਬਣੇਗੀ। ਹਾਂ, ਇੱਕ ਜ਼ਰੂਰ ਹੈ ਕਿ ਮਾਇਆ ਦੇ ਨਾਲ ਨਾਮ ਧਨ ਨਹੀਂ ਪ੍ਰਾਪਤ ਹੋ ਸਕਦਾ। ਹਾਂ, ਪਰ ਜਿਹਦੇ ਕੋਲੇ ਨਾਮ ਧਨ ਨਾ, ਉਹਦੇ ਕੋਲ ਮਾਇਆ ਆਪਣੇ ਆਪ ਹੁੰਦੀ ਹੈ। ਜਿਹਦੇ ਕੋਲੇ ਮਾਇਆ ਹੈ ਉਹਦੇ ਕੋਲੇ ਆਪਣੇ ਆਪ ਨਾਮ ਧਨ ਨਹੀਂ ਹੁੰਦਾ, ਪਰ ਜਿਹਦੇ ਕੋਲੇ ਨਾਮ ਧਨ ਹੁੰਦਾ ਨਾ, ਉਹਦੇ ਕੋਲ ਮਾਇਆ ਆਪਣੇ ਆਪ ਹੀ ਆਉਂਦੀ ਹੈ। ਕਿਉਂਕਿ ਮਾਇਆ ਜਿਹੜੀ ਹੈ ਨਾਮ ਦੇ ਅਧੀਨ ਹੈ, ਨਾਮ ਮਾਇਆ ਦੇ ਅਧੀਨ ਨਹੀਂ। ਜੇ ਨਾਮ ਮਾਇਆ ਦੇ ਅਧੀਨ ਹੁੰਦਾ, ਜਿਹਦੇ ਕੋਲ ਮਾਇਆ ਸੀ ਉਹਦੇ ਕੋਲ ਨਾਮ ਵੀ ਹੋਣਾ ਸੀ। ਨਹੀਂ, ਮਾਇਆ ਨਾਮ ਦੇ ਅਧੀਨ ਹੈ। ਜਿਹਦੇ ਕੋਲ ਨਾਮ ਧਨ ਹੁੰਦਾ ਉਹਦੇ ਕੋਲ ਸੰਸਾਰੀ ਧਨ ਆਪਣੇ ਆਪ ਹੀ ਆ ਜਾਂਦਾ। ਜਿਹੜੇ ਨਾਮ 'ਚ ਬਹੁਤ ਉੱਚੀ ਅਵਸਥਾ ਚਲੇ ਜਾਂਦੇ ਨੇ, ਮਾਇਆ ਉਹਨਾਂ ਦੇ ਅੱਗੇ ਪਿੱਛੇ ਫਿਰਦੀ ਹੈ। ਉਹਨਾਂ ਨੂੰ ਮਾਇਆ ਦੀ ਕੋਈ ਕਮੀ ਨਹੀਂ ਰਹਿੰਦੀ। ਇਸ ਲਈ ਸਿੱਖ ਨੂੰ ਹੁਕਮ ਹੈ, ਤੇਰੇ ਕੋਲ ਸੰਸਾਰਕ ਮਾਇਆ ਵੀ ਚਾਹੀਦੀ ਹੈ, ਪਰ ਨਾਲ ਯਾਦ ਰੱਖਣਾ ਨਾਮ ਧਨ ਵੀ ਚਾਹੀਦਾ। ਸੰਸਾਰਕ ਮਾਇਆ ਤੋਂ ਬਿਨਾਂ ਇਹ ਸੰਸਾਰਕ ਸੁੱਖ ਪ੍ਰਾਪਤ ਨਹੀਂ ਹੁੰਦੇ। ਗੁਰੂ ਮਹਾਰਾਜ ਇਸ ਲਈ ਕਿਹਾ ਸਿੱਖ ਕਿਰਤ ਕਰੇ। ਉਹਨਾਂ ਪਤਾ ਜੇ ਸਿੱਖ ਕਿਰਤ ਨਹੀਂ ਕਰੇਗਾ ਤਾਂ ਮੰਗਤਾ ਹੋ ਜਾਏਗਾ, ਅਤੇ ਮੰਗਤੇ ਦਾ ਕੋਈ ਜੀਵਨ ਹੁੰਦਾ। ਹਰ ਇੱਕ ਦੇ ਅੱਗੇ ਹੱਥ ਟੱਟਦਾ ਰਹਿੰਦਾ ਜੀ, ਜੀ ਰੋਟੀ ਦੇ ਦਿਓ ਜੀ, ਜੇ ਕੋਈ ਰੁਪਈਆ 2 ਰੁਪਈਏ ਦੇ ਦਿਓ ਜੀ, ਤਰਲੇ ਕੱਢਦੇ ਰਹਿੰਦਾ। ਜੇ ਸਿੱਖ ਕੋਈ ਤੁਹਾਨੂੰ ਜ਼ਿੰਦਗੀ ਦੇ ਵਿੱਚ ਮੰਗਤਾ ਵਿਖਾਈ ਦੇ ਜਾਏ ਤਾਂ ਯਾਦ ਰੱਖਣਾ ਗੁਰੂ ਨਾਨਕ ਦਾ ਸਿੱਖ ਨਹੀਂ, ਉਂਝੀ ਨੇ ਦਾੜੀ ਵਧਾ ਰੱਖੀ ਹੈ ਦੇਖਣ ਨੂੰ। ਦੇਖਿਆ ਇਹ ਗੁਰੂ ਨਾਨਕ ਦਾ ਸਿੱਖ ਨਹੀਂ। ਗੁਰੂ ਨਾਨਕ ਦੇਵ ਦਾ ਸਿੱਖ ਗਰੀਬ ਹੋ ਹੀ ਨਹੀਂ ਸਕਦਾ। ਜਿਹੜਾ ਸਿੱਖ ਤੁਹਾਨੂੰ ਗਰੀਬ ਦੇ ਸਮਝੇ, ਗੁਰੂ ਨਾਨਕ ਦੀ ਗੱਲ ਨਹੀਂ ਮੰਨਦਾ। ਹਾਂ, ਮਗਰ ਆਪਣਾ ਸਿੰਘ ਲਾ ਰੱਖਿਆ। ਸਿੱਖ ਕੌਣ ਹੈ? ਸਿੱਖੀ ਸਿੱਖਿਆ ਗੁਰ ਵਿਚਾਰ। ਸਿੱਖੀ ਕੀ ਹੈ? ਜਿਹਨੇ ਗੁਰੂ ਦੇ ਵਿਚਾਰਾਂ ਨੂੰ ਗ੍ਰਹਿਣ ਕਰ ਲਿਆ ਉਹਨੂੰ ਸਿੱਖ ਕਹਿੰਦੇ। ਸਿੱਖੀ ਉਹਦੇ ਕੋਲ
ਸੋ ਸਿੱਖ ਉਹ ਹੈ ਜਿਹੜਾ ਗੁਰੂ ਨਾਨਕ ਦੀ ਗੱਲ ਨੂੰ ਮੰਨਦਾ ਹੈ, ਉਹ ਸਿੱਖ ਹੈ। ਅਤੇ ਜਿਹੜਾ ਗੁਰੂ ਨਾਨਕ ਦੀ ਗੱਲ ਨੂੰ ਮੰਨੇਗਾ ਉਹ ਗਰੀਬ ਹੋ ਹੀ ਨਹੀਂ ਸਕਦਾ। ਮੈਂ ਇਸ ਗੱਲ ਨੂੰ ਮੰਨਦਾ ਹੀ ਨਹੀਂ ਕਿ ਗੁਰੂ ਨਾਨਕ ਦਾ ਸਿੱਖ ਗਰੀਬ ਹੁੰਦਾ। ਨੋ, ਉਹ ਜ਼ਰੂਰ ਸ਼ਰਾਬ ਪੀਂਦਾ ਹੋਵੇਗਾ, ਉਹ ਜ਼ਰੂਰ ਫਜ਼ੂਲ ਖਰਚ ਹੋਵੇਗਾ, ਉਹ ਜ਼ਰੂਰ ਕੋਈ ਨਸ਼ਾ ਕਰਦਾ ਹੋਵੇਗਾ, ਉਹ ਜ਼ਰੂਰ ਕੋਈ ਅਵਾਰਾਗਰਦੀ ਕਰਦਾ ਹੋਵੇਗਾ, ਉਹ ਨਾਮ ਨਹੀਂ ਜਪਦਾ ਹੋਵੇਗਾ, ਉਹ ਬਾਣੀ ਨਹੀਂ ਪੜ੍ਹਦਾ ਹੋਵੇਗਾ, ਉਹ ਸਤ ਸੰਗਤ ਨਹੀਂ ਕਰਦਾ ਹੋਵੇਗਾ, ਉਹ ਅੰਮ੍ਰਿਤ ਵੇਲੇ ਨਹੀਂ ਉੱਠਦਾ ਹੋਵੇਗਾ। ਇਸ ਕਰਕੇ ਗਰੀਬ ਹੈ। ਗੁਰੂ ਨਾਨਕ ਦੇ ਸਿੱਖ ਗਰੀਬ ਹੋ ਹੀ ਨਹੀਂ ਸਕਦਾ। ਜੇ ਗੁਰੂ ਨਾਨਕ ਦੇ ਸਿੱਖ ਗਰੀਬ ਹੁੰਦਾ ਤੇ ਗੁਰੂ ਨਾਨਕ ਦੇ ਫਿਰ ਕਿਵੇਂ ਕਹਿੰਦੇ ਸਿੱਖ ਨੂੰ ਕਿ ਤੂੰ ਆਪਣਾ ਦਸਵੰਧ ਗੁਰੂ ਘਰ ਨੂੰ ਭੇਜ। ਮੰਨ ਲਓ ਮੇਰੇ ਕੋਲ ਖਾਣ ਨੂੰ ਰੋਟੀ ਕੋਈ ਨਹੀਂ ਤੇ ਮੈਂ ਗੁਰੂ ਨੂੰ ਕਿੱਥੇ ਰੋਟੀ ਭੇਜਾਂਗਾ ਗੁਰਦੁਆਰੇ ਨੂੰ। ਹਾਂਜੀ, ਗੁਰੂ ਨਾਨਕ ਜੀ ਨੂੰ ਪਤਾ ਸੀ ਮੇਰਾ ਸਿੱਖ ਅਮੀਰ ਹੋਵੇਗਾ। ਇਹ 1% ਨਹੀਂ ਕਿਹਾ, 10% ਕਿਹਾ। ਆਪਣੀ ਦਸਾਂ ਦੀ ਕਿਰਤ ਦਾ 10ਵਾਂ ਹਿੱਸਾ ਗੁਰੂ ਘਰ ਨੂੰ ਦੇਣਾ। ਇਹ ਤਾਂ ਸਾਫ਼ ਜ਼ਾਹਰ ਹੈ ਕਿ ਗੁਰੂ ਨਾਨਕ ਦੇਵ ਜੀ ਜਿਹੜਾ ਸਿੱਖ ਤਿਆਰ ਕੀਤਾ ਉਹ ਅਮੀਰ ਤਿਆਰ ਕੀਤਾ। ਇਹ ਤਾਂ ਅਸੀਂ ਆਪਣੇ ਲੱਛਣ ਫੜ ਲਏ, ਗੁਰੂ ਨਾਨਕ ਦੀ ਸਿੱਖਿਆ ਨੂੰ ਭੁੱਲ ਗਏ, ਆਪਣੀ ਮਰਜ਼ੀ ਕਰਨੀ ਸ਼ੁਰੂ ਕਰਤੀ ਤੇ ਅਸੀਂ ਗਰੀਬ ਹੋ ਗਏ। ਲੜਕੀਆਂ ਦੇ ਬੱਚਿਆਂ ਦੇ ਵਿਆਹਾਂ 'ਤੇ ਲੱਖਾਂ ਰੁਪਈਏ ਖਰਚਣੇ ਸ਼ੁਰੂ ਕਰਤੇ, ਕਰਜ਼ਾ ਚੱਕ ਕੇ। ਉਹ ਕਿਵੇਂ ਲਹੇਗਾ? ਸ਼ਰਾਬਾਂ ਪੀਣੀਆਂ ਸ਼ੁਰੂ ਕਰਤੀਆਂ, ਹੋਰ ਨਸ਼ੇ। ਗਰੀਬ ਕੀ ਤੇ ਸ਼ਰਾਬ ਕੀ, ਸਿੱਖ ਕੀ ਤੇ ਸ਼ਰਾਬ ਕੀ। ਸਿੱਖ ਦਾ ਸ਼ਰਾਬ ਨਾਲ ਕੀ ਮੇਲ ਹੈ? ਕਿ ਗੁਰੂ ਨਾਨਕ ਦੇਵ ਨੇ ਕਿਹਾ ਸੀ ਸ਼ਰਾਬ ਪੀਆ ਕਰੋ? ਅਸੀਂ ਉਹੀ ਬੁਰਾਏ ਨਾਮ ਸਿੱਖ ਹਾਂ। ਅਸੀਂ ਉਂਝ ਹੀ ਸਿੱਖ ਹਾਂ ਵੀ ਸਿੱਖ ਘਰ 'ਚ ਪੈਦਾ ਹੋ ਗਏ। ਹਾਂਜੀ ਸਿੱਖ, ਮਗਰ ਹਾਂਜੀ ਸਿੰਘ ਲਾ ਲਿਆ। ਕਰਮਾਂ ਕਰਨ ਅਸੀਂ ਸਿੱਖ ਨਹੀਂ। ਜਿੱਦੇ ਸਾਡੇ ਕਰਮ ਸਿੱਖਾਂ ਵਾਲੇ ਹੋ ਗਏ ਅਸੀਂ ਗਰੀਬ ਹੋ ਹੀ ਨਹੀਂ ਸਕਦੇ। ਅਸੀਂ ਕਿਸੇ ਠੇਕੇ 'ਤੇ ਜਾ ਹੀ ਨਹੀਂ ਸਕਦੇ। ਅਸੀਂ ਕੋਈ ਨਸ਼ਾ ਜੀਭ 'ਤੇ ਰੱਖ ਹੀ ਨਹੀਂ ਸਕਦੇ। ਅਸੀਂ ਦਸਾਂ ਨੌਂ ਦੀ ਕਿਰਤ ਕਰਾਂਗੇ। ਹਰਾਮ ਦੀ ਕਮਾਈ ਦਾ ਇੱਕ ਨਵਾਂ ਪੈਸਾ ਵੀ ਸਾਨੂੰ ਮਨਜ਼ੂਰ ਨਹੀਂ ਜਿਹੜਾ ਸਿੱਖ ਹੁੰਦਾ। ਅੱਜ ਦੇਖਣ ਨੂੰ ਸਿੱਖ ਨੇ ਅਤੇ ਰਿਸ਼ਵਤਾਂ ਲੈ ਰਹੇ ਨੇ, ਦੁੱਧ ਵਾਲੇ ਦੁੱਧ ਦੀ ਮਿਲਾਵਟ ਕਰ ਰਹੇ ਨੇ, ਹੋਰ ਹੇਰਾ ਫੇਰੀਆਂ ਠੱਗੀਆਂ ਠੋਰੀਆਂ ਲੋਕ ਕਰ ਰਹੇ ਨੇ। ਕੋਈ ਕਿਹਦਾ ਮਕਾਨ ਦੱਬ ਰਿਹਾ, ਕੋਈ ਕਿਹਦਾ ਪਲਾਟ ਦੱਬ ਰਿਹਾ, ਕੋਈ ਕਿਹਦੀ ਜ਼ਮੀਨ ਦੱਬ ਰਿਹਾ, ਕੋਈ ਪੈਸੇ ਲੈ ਕੇ ਮੁੱਕਰ ਰਿਹਾ। ਇਹ ਸਿੱਖਾਂ ਦੇ ਲੱਛਣ ਨੇ। ਇਹਨੂੰ ਤੁਸੀਂ ਸਿੱਖ ਕਹੋਗੇ? ਇਸ ਨੂੰ ਰੱਖੀ ਰੱਖੋ, ਸ਼ਕਲ ਜੂੜਾ ਰੱਖੀ ਰੱਖੋ, ਜੋ ਮਰਜ਼ੀ ਰੱਖੋ। ਗੁਰੂ ਨਾਨਕ ਦੇ ਤੁਹਾਨੂੰ ਸਿੱਖ ਮੰਨਣ ਲਈ ਤਿਆਰ ਹੀ ਨਹੀਂ ਹੈਗੇ। ਯਾਦ ਰੱਖਣਾ। ਆਪਣੇ ਆਪ ਨੂੰ ਕਹੀ ਜੋ ਆਪਣੇ ਆਪ ਕਹਿਣ ਨਾਲ ਕੀ ਹੈ? ਐਂ ਤਾਂ ਮੈਂ ਆਪਣੇ ਆਪ ਨੂੰ ਕਿਹਾ ਮੈਂ ਸੰਤਾਂ ਸੰਤ ਜੈਮਲ ਸਿੰਘ ਭਿੰਡਰ ਜੀ, ਮੇਰੇ ਕਹਿਣ ਨਾਲ ਕੀ ਹੋ ਜੇ? ਮੈਂ ਸੰਤ ਹੋ ਜਾਵਾਂਗਾ। ਉਹ ਕੋਈ ਗੁਣ ਹੋਵੇਗਾ ਸੰਤ ਵਾਲੇ, ਤਾਂ ਹੀ ਕੋਈ ਸੰਤ ਬਣ ਸਕਦਾ ਨਾ। ਇਸੇ ਤਰ੍ਹਾਂ ਸਿੱਖਾਂ ਵਾਲੇ ਗੁਣ ਹੋਣੇ ਚਾਹੀਦੇ ਨੇ। ਤੁਸੀਂ ਗੁਰੂ ਨਾਨਕ ਦੇ ਸਿੱਖਿਆ ਨੂੰ ਮੰਨ ਲਓ, ਤੁਹਾਡੀ ਗਰੀਬੀ ਦੂਰ ਹੋ ਜਾਏਗੀ। ਮੈਂ ਦਾਅਵੇ ਨਾਲ ਕਹਿਣਾ, ਗੁਰੂ ਮਹਾਰਾਜ ਦੀ ਹਜ਼ੂਰੀ 'ਚ ਬੈਠ ਕੇ ਮੈਂ ਕਹਿਣਾ, ਗੁਰੂ ਨਾਨਕ ਦੇ ਸਿੱਖ ਗਰੀਬ ਹੋ ਹੀ ਨਹੀਂ ਸਕਦਾ। ਇਹਨਾਂ ਦਾ ਜੇ ਸਿੱਖਾਂ ਨੇ ਤਾਂ ਕਿੱਥੇ ਅਮਰੀਕਾ ਹੈ, ਉੱਥੇ ਝੰਡੇ ਗੜ੍ਹਤੇ। ਟਰੰਪ ਨੂੰ ਕਹਿਣਾ ਪਿਆ ਸਿੱਖਾਂ ਨੂੰ ਵੇਖ ਕੇ, ਕਹਿੰਦੇ ਮੈਂ ਚਾਹੁੰਦਾ ਹਰ ਸ਼ਹਿਰ 'ਚ ਗੁਰਦੁਆਰਾ ਹੋਵੇ, ਹਰ ਸ਼ਹਿਰ 'ਚ ਸਿੱਖ ਹੋਣ। ਫਿਰ ਉਹਨੇ ਕੋਈ ਗੱਲ ਵੇਖੀ ਨਾ, ਉਹਨੇ ਦੇਖਿਆ ਵੀ ਇਹ ਤਾਂ ਲੱਖਾਂ ਲੋਕਾਂ ਨੂੰ ਰੋਟੀ ਖਵਾ ਰਹੇ ਨੇ। ਛੋਟੀ ਜਿਹੀ ਕੌਮ ਹੈ ਅਤੇ ਐਡੀ ਵੱਡੀ ਜਿਹੜੀ ਸੇਵਾ ਕਰ ਰਹੇ ਨੇ। ਅਤੇ ਜੇ ਕਿਤੇ ਸਾਰੇ ਇਹੋ ਜਿਹੇ ਹੋਣ, ਬੱਲੇ ਬੱਲੇ ਹੋ ਜਾਏ। ਇਹ ਤਾਂ ਬੱਲੇ ਬੱਲੇ ਹੋ ਜਾਏ। ਕੋਈ ਸਮਾਂ ਸੀ ਕਹਿੰਦੇ ਸੀ ਦੇਸਾਂ ਵਿੱਚੋਂ ਦੇਸ ਪੰਜਾਬ ਨਹੀਂ ਸਹੀ ਹੋ, ਅਤੇ ਹੁਣ ਪੰਜਾਬ ਦੇ ਲੋਕ ਪੰਜਾਬ ਨੂੰ ਛੱਡ ਕੇ ਬਾਹਰ ਨੂੰ ਜਾ ਰਹੇ, ਕਿਉਂਕਿ ਇਹ ਦੇਸਾਂ ਵਿੱਚੋਂ ਦੇਸ ਅਸੀਂ ਰਹਿਣ ਹੀ ਨਹੀਂ ਦਿੱਤਾ। ਸਾਡੇ ਆਪਣੇ ਲੱਛਣਾਂ ਕਾਰਨ ਹੀ ਅਸੀਂ ਜਿਹੜਾ ਹੈ ਬਰਬਾਦ ਹੋ ਗਏ। ਹਮ ਆਪਣੇ ਹੀ ਹੱਥੋਂ ਬਰਬਾਦ ਹੋ ਗਏ। ਸਾਨੂੰ ਕੋਈ ਨਹੀਂ ਬਰਬਾਦ ਕਰਦਾ, ਸਾਡੇ ਲੱਛਣ ਜਿਹੜੇ ਨੇ ਉਹ ਸਾਨੂੰ ਬਰਬਾਦ ਕਰਦੇ। ਗੁਰੂ ਮਹਾਰਾਜ ਕਿਰਪਾ ਕਰਨ, ਅਸੀਂ ਗੁਰੂ ਮਹਾਰਾਜ ਦੀ ਗੱਲ ਮੰਨੀਏ ਅਤੇ ਗੱਲ ਮੰਨ ਕੇ ਇਹ ਕਲਾਸ ਜੀਵਨ ਜਿਉਂ ਕਿ ਲੋਕਾਂ ਲਈ ਇੱਕ ਉਦਾਹਰਣ ਬਣ ਜਾਈਏ ਕਿ ਹਾਂ ਭਈ ਇਹ ਗੁਰੂ ਨਾਨਕ ਦੇਵ ਦਾ ਸਿੱਖ ਹੈ। 10ਵੇਂ ਪਾਤਸ਼ਾਹ ਦਾ ਸਿੱਖ ਹੋਣ ਤਾਂ ਬੜੀ ਦੂਰ ਦੀ ਗੱਲ ਹੈ ਨਾ। ਘੱਟ ਤੋਂ ਘੱਟ ਗੁਰੂ ਨਾਨਕ ਦੇ ਹੀ ਤਾਂ ਹੋ ਪਹਿਲਾਂ। ਇਸ ਲਈ ਗੁਰੂ ਮਹਾਰਾਜ ਕਹਿੰਦੇ
ਰਾਮ ਨਾਮ ਜੋ ਕਰੈ ਵਿਚਾਰ, ਸੇ ਤਨਵੰਤ ਗਣੀ ਸੰਸਾਰ। ਮਨ ਤਨ ਮੁਖ ਬੋਲੇ ਹਰ ਮੁਖੀ। ਜਿਹੜੇ ਮਨ ਕਰਕੇ, ਤਨ ਕਰਕੇ ਅਤੇ ਮੁਖ ਰਾਹੀਂ ਪਰਮਾਤਮਾ ਦਾ ਨਾਮ ਬੋਲਦੇ ਨੇ ਨਾ, ਪਰਮਾਤਮਾ ਦਾ ਨਾਮ ਜਪਦੇ ਨੇ, ਉਹ ਕਹਿੰਦੇ ਮੁਖੀ, ਉਹ ਮੁਖੀ ਹੋ ਜਾਂਦੇ ਨੇ। ਉਹ ਲੋਕ ਮੁਖੀ ਹੋ ਜਾਂਦੇ ਸਮਾਜ ਦੇ। ਸਦਾ ਸਦਾ ਜਾਨੋ ਤੇ ਸੁਖੀ। ਜਿਹੜੇ ਮਨ ਕਰਕੇ, ਤਨ ਕਰਕੇ ਤੇ ਮੁਖ ਰਾਹੀਂ ਪਰਮਾਤਮਾ ਦਾ ਨਾਮ ਜਪਦੇ ਨੇ, ਸਦਾ ਸਦਾ ਜਾਨੋ ਤੇ ਸੁਖੀ। ਉਹਨਾਂ ਨੂੰ ਸਦਾ ਹੀ ਸੁਖੀ ਸਮਝੋ, ਉਹਨਾਂ ਨੂੰ ਸਦਾ ਹੀ ਸੁਖੀ ਸਮਝੋ। ਜਿਹੜੇ ਮਨ ਕਰਕੇ ਨਾਮ ਜਪਦੇ ਨੇ, ਤਨ ਕਰਕੇ ਨਾਮ ਜਪਦੇ ਨੇ ਤੇ ਮੁਖ ਰਾਹੀਂ ਵੀ ਪਰਮਾਤਮਾ ਦਾ ਨਾਮ ਜਪਦੇ ਨੇ, ਉਹ ਸੁਖੀ ਹੋ ਜਾਂਦੇ ਨੇ। ਕਿਉਂਕਿ ਪੰਚਮ ਪਾਤਸ਼ਾਹ ਦਾ ਹੀ ਨਿਰਣਾ ਹੈ, ਸੁਖ ਨਾਹੀ ਰੇ ਹਰ ਭਗਤ ਬਿਨਾ। ਪਰਮਾਤਮਾ ਦੀ ਭਗਤੀ ਤੋਂ ਬਿਨਾਂ ਸੁਖ ਹੈ ਹੀ ਨਹੀਂ ਹੈ। ਬਾਕੀ ਸਾਰੇ ਸੁੱਖ ਜਿਹੜੇ ਮਾਇਆ ਦੇ ਸੁੱਖ ਨੇ, ਇਹ ਥੋੜ ਚਿਰੇ ਨੇ। ਮਾਇਆ ਨੇ ਇੱਕ ਦਿਨ ਮੁੱਕ ਜਾਣਾ ਹੁੰਦਾ। ਮਾਇਆ ਸਦਾ ਨਹੀਂ ਰਹਿੰਦੀ, ਮਾਇਆ ਬਦਲਦੀ ਰਹਿੰਦੀ ਹੈ। ਅਤੇ ਮਾਇਆ ਨਾਲ ਸਰੀਰਕ ਸੁੱਖ ਤਾਂ ਮਿਲ ਜਾਂਦੇ ਨੇ, ਮਾਇਆ ਨਾਲ ਮਾਨਸਿਕ ਸੁੱਖ ਨਹੀਂ ਮਿਲਦੇ। ਮੈਂ ਕਿੰਨਿਆਂ ਨੂੰ ਹੀ ਜਾਣਦਾ ਜਿਹੜੇ ਸਰੀਰਕ ਤੌਰ 'ਤੇ ਸੁਖੀ ਨੇ, ਬੜੀ ਮਾਇਆ ਉਹਨਾਂ ਕੋਲੇ, ਪਰ ਮਨ ਕਰਕੇ ਬੜੇ ਦੁਖੀ ਨੇ। ਗੁਰੂ ਨਾਨਕ ਦੀ ਫਿਲਾਸਫੀ ਬੜੀ ਤਗੜੀ ਹੈ। ਤੁਸੀਂ ਕਿਰਤ ਕਰੋ, ਤੁਹਾਡੇ ਕੋਲ ਮਾਇਆ ਹੋਏਗੀ, ਮਾਇਆ ਦੇ ਨਾਲ ਤੁਸੀਂ ਸੰਸਾਰ ਕੇ ਸੁੱਖ ਪ੍ਰਾਪਤ ਕਰੋ। ਤੁਸੀਂ ਨਾਮ ਜਪੋ, ਤੁਹਾਨੂੰ ਮਾਨਸਿਕ ਸੁੱਖ ਹੋਵੇਗਾ। ਸੁਖੀ ਬੰਦਾ ਕਦੋਂ ਹੁੰਦਾ? ਜਦੋਂ ਸਰੀਰ ਕਰਕੇ ਵੀ ਸੁਖੀ ਹੋਵੇ ਅਤੇ ਮਨ ਕਰਕੇ ਵੀ ਸੁਖੀ ਹੋਵੇ, ਉਹਦੇ ਪੂਰਾ ਸੁਖੀ ਹੁੰਦਾ, ਉਹਦੇ ਪੂਰਾ ਸੁਖੀ ਹੁੰਦਾ। ਅਤੇ ਪੂਰਾ ਸੁਖੀ ਹੋਣ ਲਈ ਗੁਰੂ ਨਾਨਕ ਦੇ ਦੋਨੋਂ ਗੱਲਾਂ ਮੰਨਣੀਆਂ ਪੈਣੀਆਂ। ਕਿਰਤ ਵੀ ਕਰਨੀ ਪੈਣੀ ਹੈ, ਨਾਮ ਵੀ ਜਪਣਾ ਪੈਣਾ। ਇਸ ਲਈ ਗੁਰੂ ਮਹਾਰਾਜ ਕਹਿੰਦੇ, ਏਕੋ ਏਕ ਏਕ ਪਛਨ, ਇਤ ਉਤਕੀਓ ਸੋਝੀ ਜਨ। ਏਕੋ ਏਕ ਏਕ ਪਛਨ, ਜਿਹੜਾ ਇੱਕ ਪਰਮਾਤਮਾ ਨੂੰ ਜਾਣ ਲੈਂਦਾ ਹੈ, ਜਿਹੜਾ ਇੱਕ ਪਰਮਾਤਮਾ ਨੂੰ ਜਾਣ ਲੈਂਦਾ ਨਾ, ਇਤ ਉਤ ਲੋਕ ਪਰਲੋਕ, ਇਤ ਲੋਕ ਉਤ ਪਰਲੋਕ। ਇਤ ਉਤ ਕੀ ਉਹ ਸੋਝੀ ਜਨ, ਉਹਨੂੰ ਲੋਕ ਪਰਲੋਕ ਦੀ ਸੋਝੀ ਹੋ ਜਾਂਦੀ ਹੈ, ਉਹਨੂੰ ਲੋਕ ਪਰਲੋਕ ਦੀ ਸੋਝੀ ਹੋ ਜਾਂਦੀ ਹੈ ਜਿਹੜਾ ਪਰਮਾਤਮਾ ਨੂੰ ਜਾਣ ਲੈਂਦਾ ਹੈ। ਹੁਣ ਉਹਨੂੰ ਜਾਣਿਆ ਕਿਵੇਂ ਜਾਵੇ? ਨਾਮ ਜਪ ਜਪ ਕੇ ਹੀ ਉਸ ਨੂੰ ਜਾਣਿਆ ਜਾ ਸਕਦਾ ਹੈ। ਹੋਰ ਕੋਈ ਢੰਗ ਤਰੀਕੇ ਨਹੀਂ, ਹੋਰ ਕੋਈ ਢੰਗ ਤਰੀਕਾ ਨਹੀਂ। ਕਿਉਂ? ਉਹਦੇ ਕੋਲ ਜਾਵਾਂਗੇ ਤਾਂ ਹੀ ਉਹਨੂੰ ਜਾਣਾਂਗੇ ਨਾ। ਕਿਤਾਬਾਂ ਪੜ੍ਹ ਕੇ ਤਾਂ ਬਾਹਰੀ ਗਿਆਨ ਹੁੰਦਾ ਹੈ, ਇਸ ਗਿਆਨ ਦੇ ਨਾਲ ਅਸੀਂ ਅੰਦਰਲਾ ਗਿਆਨ ਪ੍ਰਾਪਤ ਕਰਨਾ। ਬਾਹਰੀ ਗਿਆਨ ਵੀ ਜ਼ਰੂਰੀ ਹੁੰਦਾ ਹੈ। ਅਗਰ ਮੈਨੂੰ ਪਤਾ ਹੀ ਨਹੀਂ ਕਿ ਪਰਮਾਤਮਾ ਦੀ ਪ੍ਰਾਪਤੀ ਕਿਵੇਂ ਹੋਵੇਗੀ, ਤਾਂ ਫਿਰ ਮੈਂ ਕਿਵੇਂ ਕਰਾਂ, ਕਿਵੇਂ ਪ੍ਰਾਪਤ ਕਰ ਲਾਂਗਾ? ਪਹਿਲਾਂ ਬਾਹਰੀ ਗਿਆਨ ਹੋਣਾ ਚਾਹੀਦਾ ਕਿ ਭਾਈ ਸ਼ੁਭ ਕਰਮ ਕਰੋ, ਨਾਮ ਜਪੋ। ਜਦੋਂ ਮੈਂ ਦੋਨੋਂ ਕੰਮ ਕਰਦਾ ਰਹਾਂਗਾ, ਕਰਦਾ ਰਹਾਂਗਾ, ਕਰਦਾ ਰਹਾਂਗਾ, ਕਰਦਾ ਰਹਾਂਗਾ, ਇੱਕ ਨਾ ਇੱਕ ਦਿਨ ਆਪਣੀ ਮੰਜ਼ਿਲ 'ਤੇ ਪਹੁੰਚ ਜਾਵਾਂਗਾ। ਇਸ ਲਈ ਜਿਹੜਾ ਪਰਮਾਤਮਾ ਨੂੰ ਪਹਿਚਾਣ ਲਏਗਾ, ਜਾਣ ਲਏਗਾ, ਉਹਨੂੰ ਲੋਕ ਪਰਲੋਕ ਦੀ ਸੋਝੀ ਹੋ ਜਾਂਦੀ, ਉਹਨੂੰ ਤਿੰਨਾਂ ਲੋਕਾਂ ਦੀ ਸੋਝੀ ਹੋ ਜਾਂਦੀ ਹੈ। ਨਾਮ ਸੰਗ ਜਿਸ ਕਾ ਮਨ ਮਾਨਿਆ, ਨਾਮ ਦੇ ਨਾਲ ਜਿਹਦਾ ਮਨ ਮੰਨ ਗਿਆ ਨਾ, ਇਹ ਮਨ ਮੰਨਣੇ ਤਾਂ ਔਖਾ ਹੈ। ਮਨ ਮਾਨਿਆ ਤੋ ਹਰ ਜਾਣਿਆ। ਮੈਂ ਕਹਿੰਦਾ ਭਾਈ ਨਾਮ ਜਪਿਆ ਕਰੋ, ਤੁਹਾਡਾ ਮਨ ਹੀ ਨਹੀਂ ਮੰਨ ਰਿਹਾ, ਤੁਸੀਂ ਨਹੀਂ ਜਪੋਗੇ। ਕਿਸੇ ਵੀ ਕੰਮ 'ਚ ਸਫਲਤਾ ਲਈ ਮਨ ਦਾ ਮੰਨਣਾ ਜ਼ਰੂਰੀ ਹੁੰਦਾ ਹੈ। ਮੈਂ ਕਿਸੇ ਬੱਚੇ ਨੂੰ ਕਹਿੰਦਾ ਆ ਕਰ, ਉਹਦਾ ਮਨ ਹੀ ਨਹੀਂ ਮੰਨ ਰਿਹਾ, ਉਹ ਕੁਛ ਕਰ ਤਾਂ ਦੇਵੇ, ਠੂੰ ਠੱਪ ਜੀ ਕਰੇਗਾ, ਪਰ ਗੱਲ ਕੋਈ ਨਹੀਂ ਬਣਨੀ। ਜਿਸ ਕੰਮ ਦੇ ਵਿੱਚ ਮਨ ਨਾ ਹੋਵੇ, ਉੱਥੇ ਕਾਮਯਾਬੀ ਨਹੀਂ ਮਿਲਦੀ। ਸਾਨੂੰ ਕਾਮਯਾਬੀ ਕਿਉਂ ਨਹੀਂ ਮਿਲਦੀ? ਅਸੀਂ ਵਾਹਿਗੁਰੂ ਵਾਹਿਗੁਰੂ ਤਾਂ ਕਰ ਰਹੇ ਹਾਂ, ਪਰ ਮਨ ਤਾਂ ਬਾਜ਼ਾਰ 'ਚ ਗੇੜੇ ਲਾ ਰਿਹਾ। ਕੁੜੀ ਦਾ ਕਰਨਾ ਵਿਆਹ, ਉਹ ਤਾਂ ਜਿਹੜਾ ਹੈ ਕੱਪੜੇ ਖਰੀਦ ਰਿਹਾ। ਮੂੰਹ ਵਾਹਿਗੁਰੂ ਵਾਹਿਗੁਰੂ ਕਰ ਰਿਹਾ, ਮਨ ਜਿਹੜਾ ਬਾਜ਼ਾਰ 'ਚ ਕੱਪੜੇ ਖਰੀਦ ਰਿਹਾ, ਮਨ ਤਾਂ ਹਾਜ਼ਰ ਹੀ ਨਹੀਂ।
ਮਨ ਹਾਜ਼ਰ ਨਹੀਂ, ਇਸ ਲਈ ਪ੍ਰਾਪਤੀ ਹੁੰਦੀ ਨਹੀਂ, ਹੋਰ ਕੋਈ ਗੱਲ ਨਹੀਂ ਹੈ। ਜਿੱਦੇ ਪ੍ਰਾਪਤੀ ਹੋਣੀ ਹੋਈ ਨਾ, ਮਨ ਹਾਜ਼ਰ ਹੋ ਜਾਏਗਾ। ਵਾਹਿਗੁਰੂ ਵਾਹਿਗੁਰੂ ਕੇ ਪਤਾ ਕਿਵੇਂ ਲੱਗੇ ਮਨ ਹਾਜ਼ਰ ਹੈ? ਵਾਹਿਗੁਰੂ ਵਾਹਿਗੁਰੂ ਕਰੋ, ਤੈਨੂੰ ਕੰਨਾਂ ਨਾਲ ਸੁਣੋ। ਮੰਨ ਲਓ ਮੈਂ ਕਥਾ ਕਰ ਰਿਹਾ, ਤੁਸੀਂ ਵੀ ਆਪਣੇ ਟੀਵੀ ਜਾਂ ਮੋਬਾਈਲ ਲਾ ਕੇ ਸੁਣ ਰਹੇ ਹੋ, ਪਰ ਵਿੱਚ ਵਿੱਚ ਤੁਹਾਡਾ ਧਿਆਨ ਇੱਧਰ ਉੱਧਰ ਚਲਿਆ ਜਾਂਦਾ। ਜਿੰਨਾ ਸਮਾਂ ਧਿਆਨ ਹੋਰ ਕਿਤੇ ਪਾਸੇ ਚਲੇ ਜਾਏਗਾ, ਤੁਹਾਨੂੰ ਪਤਾ ਨਹੀਂ ਲੱਗੇਗਾ ਇੰਨੇ ਮਿੰਟ ਕੀ ਕਥਾ ਕੀਤੀ ਹੈ। ਕੰਨ ਤਾਂ ਹੈ ਲੱਗੇ ਹੋਏ ਨੇ, ਕਥਾ ਵੀ ਹੋ ਰਹੀ ਹੈ, ਦੇਖਣ ਨੂੰ ਐਂ ਲੱਗ ਰਿਹਾ ਸੁਣ ਰਿਹਾ ਹੈ, ਪਰ ਸੁਣਨਾ ਕੰਨਾਂ ਨੇ ਨਹੀਂ ਹੈ। ਕੰਨ ਨਹੀਂ ਸੁਣਦੇ, ਸੁਣਦਾ ਤੇ ਮਨ ਹੈ, ਕੰਨਾਂ ਰਾਹੀਂ ਸੁਣਦਾ। ਬਸ ਇੰਨੇ ਫਰਕ। ਕਿਤੇ ਕਹੋ ਵੀ ਕੰਨ ਸੁਣਦੇ ਨੇ, ਕੰਨ ਨਹੀਂ ਸੁਣਦੇ, ਮਨ ਸੁਣਦਾ, ਪਰ ਉਹ ਕੰਨਾਂ ਰਾਹੀਂ ਸੁਣਦਾ। ਅੱਖਾਂ ਨਹੀਂ ਵੇਖਦੀਆਂ, ਮਨ ਵੇਖਦਾ, ਮਨ ਅੱਖਾਂ ਰਾਹੀਂ ਵੇਖਦਾ। ਅੱਖਾਂ ਤੇ ਸਾਧਨ ਨੇ। ਜੇ ਅੱਖਾਂ ਵੇਖਦੀਆਂ ਹੁੰਦੀਆਂ, ਤੁਰਦਿਆਂ ਤੁਹਾਨੂੰ ਠੁੱਡਾ ਕਿਉਂ ਵੱਜਦਾ? ਮਾਂ ਕਹਿੰਦੀ ਅੰਨੇ ਦਿਸਦਾ ਨਹੀਂ। ਅੱਖਾਂ ਹੈਗੀਆਂ, ਦਿਸ ਵੀ ਰਿਹਾ, ਅੱਖਾਂ ਤੇ ਹੈਗੀਆਂ, ਪਰ ਦੇਖਣਾ ਤੇ ਮਨ ਨੇ ਸੀ, ਤੇ ਮਨ ਪਤਾ ਨਹੀਂ ਕਿੱਥੇ ਗਿਆ ਹੋਇਆ, ਤੇ ਤੁਰ ਰਿਹਾ, ਠੁੱਡਾ ਵੱਜਿਆ ਤੇ ਡਿੱਗ ਪਿਆ, ਡਿੱਗ ਪਿਆ। ਦਿਸੇ ਨਹੀਂ ਵੀ ਅੱਗੇ ਕੀ ਹੈ। ਅੱਖਾਂ ਰਾਹੀਂ ਮਨ ਵੇਖਦਾ, ਕੰਨਾਂ ਰਾਹੀਂ ਮਨ ਸੁਣਦਾ ਹੈ। ਇਹ ਖਿਆਲ ਰੱਖਣਾ। ਅੱਖਾਂ ਨਹੀਂ ਵੇਖਦੀਆਂ, ਮਨ ਵੇਖਦਾ, ਅੱਖਾਂ ਰਾਹੀਂ ਵੇਖਦਾ। ਤੁਸੀਂ ਬਾਣੀ ਬੋਲ ਰਹੇ ਹੋ, ਮਨ ਕੰਨਾਂ ਰਾਹੀਂ ਸੁਣੇਗਾ। ਜੇ ਮਨ ਹਾਜ਼ਰ ਹੈ ਤਾਂ ਸੁਣੇਗੀ, ਨਹੀਂ ਤੇ ਕੰਨ ਹੋਣ ਦੇ ਬਾਵਜੂਦ ਵੀ ਨਹੀਂ ਸੁਣੇਗੀ, ਨਹੀਂ ਸੁਣੇਗੀ। ਕਿਉਂਕਿ ਮਨ ਗੈਰ ਹਾਜ਼ਰ ਹੈ, ਇਸ ਲਈ ਕੰਨ ਕੰਮ ਹੀ ਨਹੀਂ ਕਰ ਰਹੇ, ਕੰਨ ਕੰਮ ਹੀ ਨਹੀਂ ਕਰ ਰਹੇ। ਮਨ ਦਾ ਹਾਜ਼ਰ ਹੋਣਾ ਜ਼ਰੂਰੀ ਹੈ। ਜਿੱਦੇ ਸਾਡਾ ਮਨ ਹਾਜ਼ਰ ਹੋ ਗਿਆ, ਬਸ ਫਿਰ ਛੇਤੀ ਪ੍ਰਾਪਤੀ ਹੋ ਜਾਣੀ ਹੈ। ਅਭਿਆਸ ਕਰ 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 ਕਰਕੇ ਮਨ ਨੂੰ ਹੀ ਲਿਆਉਣਾ ਇਸ ਪਾਸੇ ਕਿ ਭਾਈ ਜਦ ਮੈਂ ਬੋਲ ਰਿਹਾ ਹਾਂ, ਇਹਨੂੰ ਤਾਂ ਸੁਣਨਾ। ਆਪ ਬਾਣੀ ਪੜ੍ਹਨੀ ਹੈ ਅਤੇ ਆਪ ਹੀ ਸੁਣਨੀ ਹੈ। ਜਦੋਂ ਅਭਿਆਸ ਹੋ ਜਾਏ ਨਾ, ਤੁਸੀਂ ਜੋ ਪੜ੍ਹਿਆ ਸੁਣਿਆ, ਬਸ ਗੱਲ ਬਣ ਜਾਏਗੀ। ਫਿਰ ਛੇਤੀ ਗੱਲ ਬਣ ਜਾਣੀ, ਫਿਰ ਤਾਂ ਕੋਈ ਦੇਰ ਨਹੀਂ ਲੱਗਦੀ। ਜੋ ਬੋਲਿਆ ਉਸ ਨੂੰ ਤੁਸੀਂ ਸੁਣਿਆ। ਮੈਂ ਵਾਹਿਗੁਰੂ 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 ਕਰ ਰਿਹਾ, ਅਤੇ ਜੇ ਮੈਂ ਨਾਲ ਸੁਣ ਵੀ ਰਿਹਾ ਤਾਂ ਗੱਲ ਕਿਸੇ ਵੇਲੇ ਵੀ ਬਣ ਸਕਦੀ ਹੈ। ਮੈਂ ਬਾਣੀ ਪੜ੍ਹ ਰਿਹਾ ਅਤੇ ਨਾਲ ਉਸ ਨੂੰ ਸੁਣ ਵੀ ਰਿਹਾ, ਤਾਂ ਫਿਰ ਗੱਲ ਕਿਸੇ ਵੇਲੇ ਵੀ ਬਣ ਸਕਦੀ ਹੈ। ਮਨ ਦਾ ਹਾਜ਼ਰ ਹੋਣਾ ਬਹੁਤ ਜ਼ਰੂਰੀ ਹੈ, ਅਤੇ ਉਹ ਅਭਿਆਸ ਨਾਲ ਹੀ ਹੁੰਦਾ। ਸਾਈਕੋਲੋਜੀ, ਜਿਹਨੂੰ ਮਨੋਵਿਗਿਆਨ ਕਹਿੰਦੇ ਨੇ, ਉਹ ਕਹਿੰਦੇ ਇੱਕ ਸਧਾਰਨ ਬੰਦੇ ਦਾ ਮਨ ਸਿਰਫ 16 ਸੈਕਿੰਡ ਟਿਕਦਾ, 16 ਸਕਿੰਟ, ਉਹਦੇ ਬਾਅਦ ਕਿਤੇ ਜਾ ਹੁੰਦਾ। ਜਿਹੜਾ ਸੰਸਾਰੀ ਦਾ ਮਨ, ਉਹ ਤਾਂ ਕਈ ਵਾਰੀ ਕਿਤੇ ਅੱਧਾ ਘੰਟਾ ਵਾਪਸ ਹੀ ਨਹੀਂ ਆਉਂਦਾ। ਇੰਨੇ ਚਿਰ ਕਥਾ ਮੁੱਕ ਜਾਂਦੀ ਹੈ, ਇੰਨੇ ਚਿਰ ਕਥਾ ਮੁੱਕ ਜਾਂਦੀ, ਉਹ ਵਾਪਸ ਹੀ ਨਹੀਂ ਆਉਂਦਾ। ਜਿਹੜਾ ਅਭਿਆਸੀ ਹੁੰਦਾ, ਉਹ ਛੇਤੀ ਮੋੜ ਲਿਆਉਂਦਾ ਉਸ ਨੂੰ, ਉਹ ਛੇਤੀ ਮੋੜ ਕੇ ਫਿਰ ਲਿਆਉਂਦਾ। ਇਹ ਮਨ ਹੈ, ਇਹ ਵਾਰਾਗਰਦ ਹੈ, ਇੱਕ ਥਾਂ 'ਤੇ ਟਿਕਦਾ ਨਹੀਂ ਹੈਗਾ। ਤੁਸੀਂ ਇਹਨੂੰ ਟਿਕਾਉਣ ਦੀ ਕੋਸ਼ਿਸ਼ ਕਰਦੇ ਹੋ, ਇਹਦੀ ਆਦਤ ਵਾਰਾਗਰਦੀ ਦੀ ਹੈ। ਇਹ ਜਦੋਂ ਇਹਨੂੰ ਮੌਕਾ ਮਿਲਦਾ, ਇਹ ਵਾਰਾਗਰਦੀ ਬਾਹਰ ਚਲੇ ਜਾ ਕਰਨਾ ਹੈ। ਅਤੇ ਜੇ ਨਹੀਂ ਖਿਆ ਰਿਹਾ, ਤਾਂ ਕਿੰਨੀ ਕਿੰਨੀ ਦੇਰ ਹੀ ਮਨ ਸਾਡਾ ਬਾਹਰ ਫਿਰਦਾ ਰਹਿੰਦਾ। ਅਸੀਂ ਗੁਰਦੁਆਰੇ ਬੈਠੇ ਹਾਂ, ਮਨ ਘਰ ਗਿਆ ਹੋਇਆ ਹੈ, ਉਹ ਜੈਸੇ ਬੈਠੇ ਜੈਸੇ ਨਾ ਬੈਠੇ। ਜਦੋਂ ਸਭ ਤੋਂ ਪਹਿਲਾਂ ਗੁਰੂ ਨਾਨਕ ਦੇ ਵੇਈ ਨਦੀ ਦੇ ਵਿੱਚੋਂ ਨਿਕਲ ਕੇ ਸੁਲਤਾਨਪੁਰ ਲੋਧੀ ਦੀ ਮਸੀਤ ਵਿੱਚ ਜਾ ਕੇ ਨਮਾਜ਼ ਲਈ ਗੁਰੂ ਨਾਨਕ ਦੇਵ ਜੀ ਗਏ, ਪਰ ਨਮਾਜ਼ ਪੜ੍ਹੀ ਨਹੀਂ। ਉਹ ਮੁੱਲਾ ਅਤੇ ਨਵਾਬ ਬਹੁਤ ਨਾਰਾਜ਼ ਹੋਏ, ਕਹਿੰਦੇ ਤੁਸੀਂ ਤਾਂ ਕਹਿੰਦੇ ਸੀ ਨਮਾਜ਼ ਪੜ੍ਹਾਂਗੇ, ਤੁਸੀਂ ਨਮਾਜ਼ ਨਹੀਂ ਪੜ੍ਹੀ। ਗੁਰੂ ਨਾਨਕ ਦੇਵ ਜੀ ਕਹਿੰਦੇ, ਮੁੱਲਾ ਜੀ ਕਿਸ ਨਾਲ ਮੈਂ ਨਮਾਜ਼ ਪੜ੍ਹਦਾ? ਕਈ ਮੇਰੇ ਨਾਲ ਪੜ੍ਹਦਾ, ਕਿ ਤੂੰ ਤਾਂ ਨਮਾਜ਼ ਪੜ੍ਹ ਹੀ ਨਹੀਂ ਸੀ ਰਿਹਾ। ਕਹਿੰਦੇ ਨਹੀਂ ਜੀ, ਮੈਂ ਪੜ੍ਹ ਰਿਹਾ ਸੀ। ਕਹਿੰਦੇ ਤੁਹਾਡਾ ਸਰੀਰ ਪੜ੍ਹ ਰਿਹਾ ਸੀ, ਮਨ ਤੇ ਤੁਹਾਡਾ ਘਰ ਗਿਆ। ਦੇਖੋ ਕਹਿੰਦੇ ਤੁਸੀਂ ਨਾ ਅੱਲਾ ਦੇ ਘਰ 'ਚ ਬੈਠੇ ਹੋ, ਸੱਚੋ ਸੱਚ ਦੱਸਿਓ। ਹਾਂ ਕਹਿੰਦੇ ਬੋਲੋ ਜੀ।
ਗੁਰੂ ਮਹਾਰਾਜ ਕਹਿੰਦੇ ਤੁਹਾਡੇ ਘਰ ਘੋੜੀ ਸੂਈ ਹੈ? ਮੁੱਲਾ ਕਹਿੰਦਾ ਹਾਂਜੀ। ਉਹਨੇ ਵਿਸ਼ੇਰੀ ਦਿੱਤੀ ਹੈ? ਕਹਿੰਦਾ ਹਾਂਜੀ। ਤੁਹਾਡੇ ਘਰ ਖੂਹੀ ਹੈ? ਕਹਿੰਦਾ ਹਾਂਜੀ। ਕਹਿੰਦੇ ਤੁਸੀਂ ਤੇ ਮੂੰਹ ਨਾਲ ਨਮਾਜ਼ ਪੜ੍ਹ ਰਹੇ, ਤੁਹਾਡਾ ਧਿਆਨ ਇਹ ਸੀ ਕਿਤੇ ਵਿਛੇਰੀ ਟੱਪਦੀ ਟੱਪਦੀ ਖੂਹੀ 'ਚ ਨਾ ਡਿੱਗ ਪਏ, ਤੁਹਾਡਾ ਧਿਆਨ ਤੇ ਘਰ ਗਿਆ ਸੀ। ਇਸ ਲਈ ਤੁਹਾਡੀ ਨਮਾਜ਼ ਪਰਮਾਤਮਾ ਦੀ ਦਰਗਾਹ 'ਚ ਪ੍ਰਵਾਨ ਨਹੀਂ ਹੋਈ। ਕਿਉਂ? ਮਨ ਗੈਰ ਹਾਜ਼ਰ ਹੈ। ਸਾਡੀ ਉਹੀ ਬਾਣੀ ਪੜ੍ਹੀ ਹੋਈ, ਉਹੀ ਨਾਮ ਜਪਿਆ ਹੋਇਆ ਪ੍ਰਵਾਨ ਹੋਣਾ ਜਿੰਨਾ ਚਿਰ ਮਨ ਹਾਜ਼ਰ ਹੈ। ਮੰਨ ਲਓ ਵਾਹਿਗੁਰੂ ਵਾਹਿਗੁਰੂ ਇੱਕ ਬੰਦੇ ਨੇ 100 ਵਾਰ ਕਿਹਾ, ਇੱਕ ਵਾਰ ਵਾਹਿਗੁਰੂ ਦਾ ਮੰਨ ਲਓ ਤੁਸੀਂ 1 ਨੰਬਰ ਮਿਲਦਾ। 100 ਵਾਰ ਵਾਹਿਗੁਰੂ ਵਾਹਿਗੁਰੂ ਕਿਹਾ, ਜੇ 40 ਵਾਰ ਧਿਆਨ ਸੀ ਨਾ ਤਾਂ 100 'ਚੋਂ 40 ਨੰਬਰ ਆ ਗਏ, 60 ਤਾਂ ਐਵੇਂ ਗਏ। ਜੇ 60 ਵਾਰ ਧਿਆਨ ਸੀ, 40 ਵਾਰ ਬਾਹਰ ਕਿਤੇ ਚਲੇ ਗਏ ਤਾਂ ਤੁਸੀਂ 60% ਨੰਬਰ ਆ ਗਏ। ਇਸ ਤਰ੍ਹਾਂ ਆਪਣੇ ਨੰਬਰ ਵਧਾਉਂਦੇ ਜਾਣੇ, ਅਭਿਆਸ ਕਰਦੇ ਜਾਣੇ, ਮਨ ਨੂੰ ਕੰਟਰੋਲ ਲਿਆਉਣਾ, ਵਾਰੀ ਵਾਰੀ ਬਾਣੀ ਨਾਮ 'ਤੇ ਲਿਆਉਣਾ। ਇਹ ਅਵਾਰਾਗਰਦ ਹੈ। ਅਵਾਰਾਗਰਦ ਨੂੰ ਕੰਟਰੋਲ ਕਰਨਾ ਥੋੜ੍ਹਾ ਔਖਾ ਹੁੰਦਾ, ਟਾਈਮ ਲੱਗਦਾ। ਜਿੱਦੇ ਮਨ 'ਚ ਮਨ ਕੰਟਰੋਲ 'ਚ ਹੋ ਗਿਆ ਨਾ, ਬਸ ਇਸੇ ਨੇ ਸਾਨੂੰ ਸੱਚਖੰਡ ਤੱਕ ਲੈ ਜਾਣਾ। ਇਹ ਮਨ ਦੋਨੋਂ ਕੰਮ ਹੀ ਕਰਦਾ, ਇਹ ਦੋਨੋਂ ਕੰਮ ਹੀ ਕਰਦਾ। ਇਹ ਜੇ ਚਾਹੇ ਸਾਡੇ ਵੱਸ 'ਚ ਆ ਜੇ ਤਾਂ ਬੜਾ ਕੁਛ ਵਧੀਆ ਕਰ ਸਕਦਾ, ਅਤੇ ਜੇ ਨਾ ਵੱਸ 'ਚ ਆਏ ਤਾਂ ਸਾਡੇ ਤੋਂ ਘਟੀਆ ਕਰਮ ਵੀ ਕਰਵਾ ਸਕਦਾ ਹੈ। ਇਸ ਲਈ ਗੁਰੂ ਮਹਾਰਾਜ ਕਹਿੰਦੇ ਨਾਮ ਸੰਗ ਜਿਸ ਕਾ ਮਨ ਮਾਨਿਆ। ਜਿਹਦਾ ਮਨ ਨਾਮ ਨੂੰ ਮੰਨ ਜਾਏਗਾ ਨਾ ਵੀ ਹਾਂ ਵਾਕਈ ਨਾਮ ਜਪਣਾ ਚਾਹੀਦਾ, ਵਾਕਈ ਯਾਰ ਇਹਦੇ ਬੜੇ ਲਾਭ ਨੇ। ਐਵੇਂ ਨਹੀਂ ਮਹਾਂਪੁਰਖ ਕਹਿੰਦੇ, ਐਵੇਂ ਨਹੀਂ ਗੁਰੂ ਮਹਾਰਾਜ ਕਹਿੰਦੇ, ਵੀ ਵਾਕਈ ਇਹਦਾ ਤਾਂ ਬਹੁਤ ਲਾਭ ਹੈ। ਵੀ ਮਹਾਂਪੁਰਖਾਂ ਨੇ ਮੈਨੂੰ ਕਿਹਾ ਸੀ ਲੈ ਵੀ ਆਹ ਜਾਪ ਇੰਨਾ ਸਮਾਂ ਕਰ, ਮੇਰਾ ਤੇ ਕਾਰਜ ਰਾਸ ਹੋ ਗਿਆ ਹੈ। ਇਹਦਾ ਮਤਲਬ ਬਾਣੀ 'ਤੇ ਬੜੀ ਤਾਕਤ ਹੈ, ਨਾਮ 'ਤੇ ਬੜੀ ਤਾਕਤ ਹੈ, ਇਸ ਸਮੇਂ ਨਾਮ ਜਪਣਾ ਚਾਹੀਦਾ ਹੈ। ਮਨ ਮੰਨ ਗਿਆ, ਹੁਣ ਬਸ ਮਨ ਮੰਨ ਗਿਆ ਤੇ ਫਿਰ ਲੱਗ ਜਾਏਗਾ। ਨਾਮ ਸੰਗ ਜਿਸ ਕਾ ਮਨ ਮਾਨਿਆ, ਜਿਹਦਾ ਮਨ ਨਾਮ ਨਾਲ ਮੰਨ ਜਾਏਗਾ ਨਾ, ਨਾਨਕ ਤਿਨਹਿ ਨਿਰੰਜਨ ਜਾਣਿਆ, ਉਹ ਰੱਬ ਨੂੰ ਜਾਣ ਲੈਂਦੇ ਨੇ। ਜਿਹਨਾਂ ਦਾ ਮਨ ਮੰਨ ਜਾਂਦਾ ਨਾ, ਤਾਂ ਕਿ ਮਨ ਮਾਨਿਆ ਤਉ ਹਰਿ ਜਾਣਿਆ। ਜਿਹਦਾ ਮਨ ਮੰਨ ਗਿਆ ਹੈ ਵੀ ਹਾਂ ਨਾਮ ਜਪਣਾ ਚਾਹੀਦਾ ਹੈ, ਅਤੇ ਫਿਰ ਜਦੋਂ ਜਪਣਾ ਚਾਹੀਦਾ ਤਾਂ ਫਿਰ ਲੱਗ ਜਾਏਗਾ। ਅਤੇ ਜੇ ਲੱਗ ਜਾਏਗਾ, ਨਾਨਕ ਤਿਨਹਿ ਨਿਰੰਜਨ ਜਾਣਿਆ, ਉਹਨਾਂ ਨੇ ਫਿਰ ਪਰਮਾਤਮਾ ਨੂੰ ਜਾਣ ਲਿਆ, ਜਿਹਨਾਂ ਦਾ ਮਨ ਮੰਨ ਗਿਆ। ਨਿਰੰਜਨ ਦਾ ਸ਼ਬਦੀ ਅਰਥ ਹੈ ਨਿਰਅੰਜਨ, ਜੋ ਮਾਇਆ ਤੋਂ ਨਿਰਲੇਪ ਹੈ। ਅੰਜਨ ਕਾਲਖ ਨੂੰ ਕਹਿੰਦੇ ਨੇ, ਮਾਇਆ ਨੂੰ ਵੀ ਕਾਲਖ ਕਿਹਾ ਗਿਆ ਹੈ। ਜੋ ਮਾਇਆ ਤੋਂ ਨਿਰਲੇਪ ਹੈ ਉਹਨੂੰ ਕਹਿੰਦੇ ਨਿਰੰਜਨ। ਸਾਨੂੰ ਨਾ ਗਿਆਨ ਹੋਣ ਕਰਕੇ ਅਸੀਂ ਨਾਮ ਰੱਖਿਆ ਨਿਰੰਜਨ। ਅਸੀਂ ਨਿਰੰਜਨ ਸਿੰਘ ਨਾਮ ਨਹੀਂ ਰੱਖਿਆ ਆਪਣਾ। ਜੇ ਕਿਸੇ ਰੱਖੇ ਨਾ ਉਹਨੇ ਨਿਰੰਜਨ ਸਿੰਘ ਰੱਖ ਲਿਆ, ਨੰਨਾ ਰਾਰੇ ਨੂੰ ਸਿਹਾਰੀ ਪੱਗ ਉੱਤੇ ਟਿੱਪੀ ਜੱਜਾ ਨਾਣਾ ਰੱਖ ਲਿਆ, ਕਿਉਂ ਗਿਆਨ ਨਹੀਂ ਸੀ ਵੀ ਨਿਰੰਜਨ ਦਾ ਨਹੀਂ ਅਰਥ ਕੋਈ ਹੁੰਦਾ, ਨਿਰੰਜਨ ਦਾ ਹੁੰਦਾ ਨਿਰਅੰਜਨ। ਅੱਗੇ ਕਹਿੰਦੇ ਗੁਰ ਪ੍ਰਸਾਦ ਆਪਨ ਆਪ ਸੁਝੇ। ਗੁਰੂ ਦੀ ਕਿਰਪਾ ਨਾਲ ਜਿਸ ਨੂੰ ਆਪਣੇ ਆਪ ਦੀ ਸੋਝੀ ਹੋ ਜਾਂਦੀ ਹੈ ਵੀ ਮੈਂ ਕੌਣ ਹਾਂ। ਇਹੀ ਔਖਾ ਹੈ, ਮੈਂ ਕੌਣ ਹਾਂ। ਕਦੇ ਕਿਸੇ ਨੇ ਵਿਚਾਰ ਹੀ ਨਹੀਂ ਕੀਤੀ, ਸਿਰਫ ਧਾਰਮਿਕ ਬੰਦੇ ਵਿਚਾਰ ਕਰਦੇ, ਬਾਕੀ ਸੰਸਾਰੀ ਤੇ ਵਿਚਾਰ ਹੀ ਨਹੀਂ ਮੈਂ ਕੌਣ ਹਾਂ। ਸੰਤ ਵਰਿਆਮ ਸਿੰਘ ਜੀ ਆਪਣੀ ਕਿਤਾਬ 'ਚ ਲਿਖਦੇ ਕਿ ਮੈਂ ਜਦੋਂ ਮੈਂ 18 ਸਾਲ ਦਾ ਸੀ ਤਕਰੀਬਨ, ਜਦੋਂ ਪਹਿਲੀ ਵਾਰ ਮੈਂ ਆਪਣੇ ਪਰਿਵਾਰ ਮਾਤਾ ਪਿਤਾ ਦੇ ਨਾਲ ਸੰਤ ਈਸ਼ਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲਿਆਂ ਨੂੰ ਰਾੜਾ ਸਾਹਿਬ ਮਿਲਣ ਗਿਆ। ਉਹ ਮੈਨੂੰ ਕਹਿੰਦੇ ਕਾਕਾ ਤੂੰ ਕੌਣ ਹੈ? ਮੈਂ ਚੁੱਪ। ਉਹ ਫਿਰ ਕਹਿੰਦੇ ਕਾਕਾ ਤੂੰ ਕੌਣ ਹੈ? ਮੈਂ ਫਿਰ ਚੁੱਪ। ਲੋਕ ਕਹਿੰਦੇ ਕਾਕਾ ਆਪਣਾ ਨਾਮ ਦੱਸ ਦੇ। ਮਹਾਂਪੁਰਖ ਕਹਿੰਦੇ ਤੁਸੀਂ ਚੁੱਪ ਰਹੋ ਬਈ, ਤੁਹਾਨੂੰ ਨਹੀਂ ਪਤਾ ਮੈਂ ਕੀ ਪੁੱਛ ਰਿਹਾ।
ਕਹਿੰਦੇ ਕਾਕਾ ਤੂੰ ਕੌਣ ਹੈ? ਕਹਿੰਦਾ ਜੀ ਮੈਨੂੰ ਇਹ ਤੇ ਪਤਾ ਮੈਂ ਕੌਣ ਹਾਂ, ਪਰ ਮੈਨੂੰ ਨਾ ਦੱਸਣਾ ਨਹੀਂ ਆਉਂਦਾ, ਮੈਨੂੰ ਦੱਸਣਾ ਨਹੀਂ ਆਉਂਦਾ ਮੈਂ ਕੌਣ ਹਾਂ। ਸੰਤ ਈਸ਼ਰ ਸਿੰਘ ਮਹਾਰਾਜ ਨੇ ਅੱਖਾਂ ਬੰਦ ਕਰ ਲਈਆਂ, ਕਹਿੰਦੇ ਮੈਂ ਖੜਾ। ਉਹਨਾਂ ਸਾਰੀ ਸੰਗਤ ਝਿੜਕਤਾ ਦੇ ਵਿੱਚ ਨਹੀਂ ਬੋਲਣਾ ਕਹਿੰਦੇ। 40 ਮਿੰਟ ਉਹਨਾਂ ਅੱਖਾਂ ਬੰਦ ਰੱਖੀਆਂ, 40 ਮਿੰਟਾਂ ਬਾਅਦ ਖੋਲ੍ਹੀਆਂ। ਕਹਿੰਦੇ ਕਾਕਾ ਇੱਕ ਕਦਮ ਤੇਰਾ ਚੁੱਕਣਾ ਬਾਕੀ ਰਹਿ ਗਿਆ, ਬਾਕੀ ਤੂੰ ਸਾਰੀ ਯਾਤਰਾ ਪੂਰੀ ਕਰ ਲਈ ਹੈ, ਇੱਕ ਕਦਮ ਚੁੱਕ ਲੈ ਤੂੰ ਬ੍ਰਹਮ ਗਿਆਨੀ ਹੋ ਜਾਏਗਾ। ਕਹਿੰਦੇ ਮੈਨੂੰ ਪਿੱਛੇ 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 ਸਾਰਾ ਪਤਾ ਸੀ, ਇੱਧਰ ਪਿੱਛੇ ਮੈਂ ਕੀ ਸੀ, ਉੱਧਰ ਪਿਛਲੇ ਜਨਮ ਕੀ ਸੀ, ਉੱਧਰ ਪਿੱਛੇ ਕੀ, ਉੱਧਰ ਪਿੱਛੇ, ਜਿੱਥੋਂ ਮੈਂ ਪਰਮਾਤਮਾ ਉੱਥੋਂ ਤੱਕ ਪਹੁੰਚ ਗਿਆ, ਜਿੱਥੋਂ ਮੇਰੀ ਜੀਵ ਆਤਮਾ ਬਣੀ ਸੀ ਉੱਥੋਂ ਤੱਕ ਮੈਂ ਪਹੁੰਚ ਗਿਆ, ਪਰ ਕਦੇ ਮੈਨੂੰ ਦੱਸਣਾ ਨਹੀਂ ਸੀ ਆਉਂਦਾ ਮੈਂ ਕੌਣ ਹਾਂ। ਅਤੇ ਸਾਨੂੰ ਪੁੱਛ ਤੂੰ ਕੌਣ ਹੈ? ਅਤੇ ਅਗਲੇ ਕਹੇ ਮੈਂ ਕਰਮਜੀਤ ਸਿੰਘ ਹਾਂ, ਮੈਂ ਫਲਾਣਾ ਸਿੰਘ, ਅਸੀਂ ਕਹਿ ਦੇਂਗੇ ਨਾ। ਕਹਿਣ ਵਾਲਾ ਵੀ ਪੂਰਾ ਸੀ, ਪੁੱਛਣ ਵਾਲਾ ਪੂਰਾ ਸੀ, ਅੱਗੇ ਜਿਹਨੇ ਦੱਸਣਾ ਸੀ ਉਹ ਵੀ ਅਸਲ 'ਚ ਪੂਰਾ ਸੀ। ਹੁਣ ਕਹਿੰਦੇ ਮੈਨੂੰ ਇਹ ਤਾਂ ਪਤਾ ਮੈਂ ਕੌਣ ਹਾਂ, ਪਰ ਮੈਂ ਦੱਸ ਨਹੀਂ ਸਕਦਾ ਸ਼ਬਦਾਂ 'ਚ ਵੀ ਮੈਂ ਕੌਣ ਹਾਂ। ਇਸ ਲਈ ਗੁਰ ਪ੍ਰਸਾਦ ਆਪਨ ਆਪ ਸੁਝਿਆ। ਜਿਹਨੂੰ ਗੁਰੂ ਦੀ ਕਿਰਪਾ ਨਾਲ ਆਪਣੇ ਆਪ ਦੀ ਸੋਝੀ ਆ ਜਾਏ ਨਾ ਵੀ ਮੈਂ ਕੌਣ ਹਾਂ, ਉਹਨਾਂ ਤਾਂ ਸੋਝੀ ਆ ਗਈ ਨਾ। ਠੀਕ ਹੈ, ਦੱਸਣਾ ਨਹੀਂ ਆਇਆ। ਜਿਵੇਂ ਕੋਈ ਪਰਮਾਤਮਾ ਦੇ ਦਰਸ਼ਨ ਕਰ ਲਏ ਅਤੇ ਕੋਈ ਕਹੇ ਤੂੰ ਪਰਮਾਤਮਾ ਦੇ ਦਰਸ਼ਨ ਕੀਤੇ, ਦੱਸ ਪਰਮਾਤਮਾ ਕਿਹੋ ਜਿਹਾ, ਉਹ ਨਹੀਂ ਦੱਸ ਸਕਦਾ, ਉਹ ਨਹੀਂ ਦੱਸ ਸਕਦਾ। ਤੁਸੀਂ ਕਿਉਂ ਨਹੀਂ ਦੱਸ ਸਕਦਾ? ਵੀ ਜੋ ਵੇਖ ਹੀ ਲਿਆ। ਦੱਸਣ ਲਈ ਜ਼ਰੂਰੀ ਹੈ ਕਿ ਉਹਦੇ ਵਰਗਾ ਹੋਰ ਕੋਈ ਸੰਸਾਰ 'ਚ ਹੋਣਾ ਚਾਹੀਦਾ ਹੈ, ਅਤੇ ਪਰਮਾਤਮਾ ਵਰਗਾ ਹੋਰ ਸੰਸਾਰ 'ਚ ਕੋਈ ਹੈ ਹੀ ਨਹੀਂ, ਅਤੇ ਉਹ ਕਿਹਦੇ ਵਰਗਾ ਦੱਸੇ? ਉਹ ਕਿਹਦੇ ਵਰਗਾ ਦੱਸੇ? ਮੰਨ ਲਓ ਸੰਸਾਰ 'ਚ ਚਿੱਟਾ ਰੰਗ ਹੀ ਨਹੀਂ, ਫਰਜ਼ ਕਰੋ, ਅਤੇ ਮੈਂ ਕੋਈ ਚੀਜ਼ ਚਿੱਟੀ ਵੇਖ ਲਈਏ ਅਤੇ ਮੈਨੂੰ ਕਹਿਣਗੇ ਜੀ ਅੱਛਾ, ਮੈਂ ਕਹਾਂਗਾ ਉਹਦਾ ਰੰਗ ਚਿੱਟਾ, ਉਹ ਕਹੇ ਚਿੱਟਾ ਕਿਹਾ ਜਿਹਾ, ਕਿਉਂ ਉਹਨੇ ਚਿੱਟਾ ਵੇਖੇ ਨਹੀਂ, ਕਾਲਾ ਲਾਲ ਪੀਲਾ ਹਰਾ ਇਹ ਸਾਰੇ ਵੇਖੇ ਹੋਣਗੇ, ਉਹਨੂੰ ਸਮਝ ਹੀ ਨਹੀਂ ਆਉਣੀ। ਇਸ ਲਈ ਨਾ ਕਿਸੇ ਗੁਰੂ ਨੇ, ਨਾ ਕਿਸੇ ਪੀਰ ਪੈਗੰਬਰ ਨੇ, ਨਾ ਕਿਸੇ ਬ੍ਰਹਮ ਗਿਆਨੀ ਨੇ, ਨਾ ਕਿਸੇ ਸਾਧੂ ਨੇ ਇਹ ਦੱਸੇ ਹੀ ਨਹੀਂ ਕਿ ਪਰਮਾਤਮਾ ਕਿਹੋ ਜਿਹਾ ਹੈ, ਕਿਉਂਕਿ ਕਿਹੋ ਜਿਹਾ ਦੱਸਣ ਲਈ ਜ਼ਰੂਰੀ ਹੈ ਕਿ ਸੰਸਾਰ ਵਿੱਚ ਕੋਈ ਹੋਰ ਚੀਜ਼ ਹੋਣੀ ਚਾਹੀਦੀ ਹੈ। ਆਖਿਆ ਜੀ ਇਹਦੇ ਵਰਗਾ, ਅਤੇ ਉਹ ਤਾਂ ਹੈ ਹੀ ਨਹੀਂ ਸੰਸਾਰ 'ਚ ਕੋਈ ਚੀਜ਼। ਇਸ ਪਰਮਾਤਮਾ ਨੂੰ ਕੀ ਹੈ, ਕਿਹੋ ਜਿਹਾ ਹੈ, ਕੋਈ ਵੀ ਸ਼ਬਦਾਂ ਦੇ ਵਿੱਚ ਨਹੀਂ ਦੱਸ ਸਕਦਾ। ਉਹ ਤਾਂ ਇਹ ਕਹਿੰਦਾ ਭਾਈ ਤੂੰ ਮਿਹਨਤ ਕਰਕੇ ਆਪ ਹੀ ਵੇਖ ਲੈ। ਉਦਾਹਰਣ ਦਿੱਤੇ ਗੁਰਬਾਣੀ 'ਚ, ਬਈ ਗੁੰਗੇ ਨੇ ਖਾ ਲਈ ਮਠਿਆਈ, ਅਤੇ ਕੋਈ ਪੁੱਛਦਾ ਵੀ ਕਿਹੋ ਜਿਹਾ ਸਵਾਦ ਹੈ। ਹੁਣ ਉਹ ਗੁੰਗਾ ਹੈ, ਸਵਾਦ ਤਾਂ ਉਹਨੂੰ ਆਇਆ, ਪਰ ਗੁੰਗਾ ਹੋਣ ਕਰਕੇ ਸਵਾਦ ਦੱਸ ਨਹੀਂ ਸਕਦਾ। ਉਹ ਇਸ਼ਾਰਾ ਕਰੂਗਾ ਵੀ ਤੂੰ ਵੀ ਖਾ ਕੇ ਵੇਖ, ਆਪੇ ਤੈਨੂੰ ਪਤਾ ਲੱਗ ਜੂ। ਇਸ ਲਈ ਧਾਰਮਿਕ ਗ੍ਰੰਥ ਮਹਾਂਪੁਰਖ ਸਾਰੇ ਇਹੀ ਕਹਿੰਦੇ ਨੇ ਕਿ ਭਾਈ ਪਰਮਾਤਮਾ ਬਾਰੇ ਦੱਸਿਆ ਨਹੀਂ ਜਾ ਸਕਦਾ। ਹਾਂ, ਜੇ ਤੁਸੀਂ ਪਰਮਾਤਮਾ ਦੇ ਬਾਰੇ ਪਤਾ ਕਰਨਾ ਅਤੇ ਤੁਸੀਂ ਵੀ ਭਜਨ ਬੰਦਗੀ ਕਰੋ, ਇੱਕ ਦਿਨ ਤੁਹਾਨੂੰ ਵੀ ਪਰਮਾਤਮਾ ਦੇ ਦਰਸ਼ਨ ਹੋ ਜਾਣਗੇ, ਆਪੇ ਤੁਹਾਨੂੰ ਪਤਾ ਲੱਗ ਜਾਏਗਾ ਪਰਮਾਤਮਾ ਕਿਹੋ ਜਿਹਾ ਹੈ। ਗੁਰ ਪ੍ਰਸਾਦ ਆਪਨ ਆਪ ਸੁਝੇ। ਜਿਹਨੂੰ ਗੁਰੂ ਦੀ ਕਿਰਪਾ ਨਾਲ ਆਪਣੇ ਆਪ ਦੀ ਸੋਝੀ ਹੋ ਜਾਏ। ਕੀ ਸੋਝੀ ਹੋਏਗੀ? ਮਨ ਤੂੰ ਜੋਤ ਸਰੂਪ ਹੈ, ਹੇ ਇਨਸਾਨ ਤੂੰ ਤੇ ਰੱਬ ਰੂਪ ਹੈ, ਤੂੰ ਤੇ ਆਪ ਹੀ ਰੱਬ ਰੂਪ ਹੈ। ਜਦੋਂ ਸੋਝੀ ਹੋ ਗਈ ਨਾ, ਤੇ ਉਹਨਾਂ ਗੁਰਬਾਣੀ 'ਚ ਲਿਖਿਆ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ। ਹੇ ਪਰਮਾ ਤੇਰੇ ਵਿੱਚ, ਮੇਰੇ ਵਿੱਚ, ਮੇਰੇ ਵਿੱਚ, ਤੇਰੇ ਵਿੱਚ ਅੰਤਰ ਹੀ ਕੋਈ ਨਹੀਂ ਹੈਗਾ। ਅੰਤਰ ਹੀ ਸੋਝੀ ਹੋਈ ਨਾ, ਆਪਣੇ ਆਪ ਦੇ ਆਪਣੇ ਸਰੂਪ ਦੀ ਸੋਝੀ ਹੋ। ਜਦੋਂ ਪਰਮਾਤਮਾ ਦੇ ਦਰਸ਼ਨ ਕੋਈ ਕਰ ਲੈਂਦਾ ਨਾ, ਫਿਰ ਕਹੇ ਜਹ ਜਹ ਦੇਖਾਂ ਤਹ ਤਹ ਤੂੰ ਹੈ, ਮੈਂ ਜਿੱਧਰ ਜਿੱਧਰ ਵੇਖਦਾ ਉਧਰ ਉਧਰ ਤੂੰ ਹੀ ਹੈ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ।
ਉਹਨੂੰ ਸਭ ਪਾਸੇ ਪਰਮਾਤਮਾ ਹੀ ਪਰਮਾਤਮਾ ਹਰ ਇੱਕ ਦੇ ਵਿੱਚ ਨਜ਼ਰ ਆਉਂਦਾ ਹੈ। ਉਹਨੂੰ ਪਰਮਾਤਮਾ ਤੋਂ ਬਿਨਾਂ ਹੋਰ ਕੋਈ ਦਿਸਦਾ ਹੀ ਨਹੀਂ। ਜਿਨ੍ਹਾਂ ਨੂੰ ਪਰਮਾਤਮਾ ਦਾ ਲੱਗ ਗਿਆ ਨਾ ਪਤਾ, ਉਹਨਾਂ ਨੂੰ ਪਤਾ ਹੈ ਇਹ ਕੁੱਤਾ ਨਹੀਂ ਹੈ, ਇਹ ਤਾਂ ਪਰਮਾਤਮਾ ਸਿਰਫ ਕੁੱਤੇ ਦਾ ਰੂਪ ਧਾਰਨ ਕੀਤਾ ਹੈ। ਉਹਨਾਂ ਨੂੰ ਪਤਾ ਹੈ ਇਹ ਸ਼ੇਰ ਨਹੀਂ ਹੈ ਜਿਹੜਾ ਆ ਰਿਹਾ, ਇਹ ਸ਼ੇਰ ਨਹੀਂ, ਇਹ ਪਰਮਾਤਮਾ ਆ ਰਿਹਾ, ਇਹਨੇ ਸ਼ੇਰ ਦਾ ਰੂਪ ਧਾਰਨ ਕੀਤਾ ਹੋਇਆ ਹੈ। ਇਸ ਲਈ ਸਭ ਪਾਸੇ ਗੋਬਿੰਦ 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 ਹੀ ਦਿਸਦਾ ਹੈ, ਹੋਰ ਉਹਨਾਂ ਨੂੰ ਕੁਛ ਨਹੀਂ ਵਿਖਾਈ ਦਿੰਦਾ। ਕਿਉਂ? ਸਰੀਰ ਦੇ ਵਿੱਚ ਜੋ ਬੈਠਾ ਹੈ ਉਹ ਉਹਨਾਂ ਨੂੰ ਦਿਸਣ ਲੱਗ ਜਾਂਦਾ। ਸਾਨੂੰ ਸਰੀਰ ਦਿਸਦਾ, ਅਸੀਂ ਸ਼ੇਰ ਵੇਖ ਕੇ ਕਹਿੰਦੇ ਸ਼ੇਰ ਹੈ, ਪਰ ਜਿਹਨਾਂ ਸਰੀਰ ਦੇ ਵਿੱਚ ਦਿਸਦਾ ਹੈ ਉਹ ਕਹਿੰਦੇ ਉਹ ਇਹ ਤਾਂ ਭਗਵਾਨ ਸ਼ੇਰ ਦਾ ਰੂਪ ਧਾਰਨ ਕੀਤਾ ਹੋਇਆ। ਅਤੇ ਜਦ ਨੂੰ ਇਹ ਪਤਾ ਲੱਗ ਜੇ, ਸੁਣਿਆ ਸੁਣਾਇਆ ਨਹੀਂ ਕਿਤੇ ਕਹਿ ਦੇਣਾ ਸ਼ੇਰ ਦੇ ਕੋਲ ਚਲੇ ਜਾਓ ਇਹ ਵੀ ਆਓ ਜੀ ਭਗਵਾਨ ਜੀ, ਇਹ ਤਾਂ ਝੂਠ ਹੋਏਗਾ। ਕਿਉਂਕਿ ਸੁਣਿਆ ਸੁਣਾਇਆ ਮੇਰੇ ਵਰਗਾ ਪੜ੍ਹਿਆ ਹੋਇਆ, ਮੇਰੇ ਵਰਗਾ ਸ਼ੇਰ ਕੋਲ ਚਲੇ ਜਾਏ, ਆਓ ਜੀ ਭਗਵਾਨ ਜੀ ਮਾਰਨਾ ਪੰਜਾ ਅਤੇ ਮੇਰਾ ਕੱਖ ਵੀ ਨਹੀਂ ਰਹਿਣਾ, ਇਹ ਖਿਆਲ ਰੱਖਣਾ ਕਿਤੇ ਹੈ। ਜਦ ਅਸੀਂ ਉਸ ਅਵਸਥਾ 'ਤੇ ਚਲੇ ਜਾਵਾਂਗੇ, ਸਾਨੂੰ ਸ਼ੇਰ ਦੇ ਵਿੱਚ ਭਗਵਾਨ ਦਿਸਣ ਲੱਗ ਜਾਏਗਾ ਨਾ, ਉਦੋਂ ਬਾਅਦ ਨਾ ਸੱਪ ਨੇ ਸਾਨੂੰ ਕੁਛ ਕਹਿਣਾ ਅਤੇ ਨਾ ਸ਼ੇਰ ਨੇ ਕੁਛ ਕਹਿਣਾ। ਸਦੀਆਂ ਤੋਂ ਸਾਧੂ ਜੰਗਲਾਂ ਦੇ ਵਿੱਚ ਤਪੱਸਿਆ ਕਰਦੇ ਨੇ, ਕਿਤੇ ਵੀ ਨਹੀਂ ਕਦੇ ਵੀ ਕਿਸੇ ਸਾਧੂ ਨੂੰ ਸ਼ੇਰ ਨੇ ਖਾ ਲਿਆ ਜਾਂ ਹੋਵੇ, ਜਾਂ ਕਿਸੇ ਸਾਧੂ ਨੂੰ ਸੱਪ ਲੜ ਗਿਆ ਹੋਵੇ, ਕਦੇ ਵੀ ਨਹੀਂ ਹੁੰਦਾ, ਕਦੇ ਵੀ ਨਹੀਂ ਸੁਣਿਆ ਹੈਗਾ ਤੁਸੀਂ। ਕਿਉਂ? ਉਹਨਾਂ ਨੂੰ ਸਭ ਦੇ ਵਿੱਚ ਭਗਵਾਨ ਦਿਸਦਾ ਹੈ। ਸੱਪ 'ਚ ਭਗਵਾਨ ਬੈਠੇ ਨਾ, ਫਿਰ ਉਹ ਕਿਵੇਂ ਬੰਦੇ ਨੂੰ ਲੜੇਗਾ ਬਈ? ਸ਼ੇਰ 'ਚ ਵੀ ਭਗਵਾਨ ਬੈਠਾ, ਸ਼ੇਰ ਕਿਵੇਂ ਪੰਜਾ ਮਾਰੇਗਾ ਬੰਦੇ ਨੂੰ? ਇਸ ਲਈ ਅਸੀਂ ਕੀ ਹਾਂ? ਅਸੀਂ ਉਹੀ ਹਾਂ ਜਿਹਨੂੰ ਅਸੀਂ ਮਿਲਣਾ ਹੈ, ਅਸੀਂ ਉਹਦਾ ਹੀ ਰੂਪ ਹਾਂ। ਸਿਰਫ ਇੰਨਾ ਕਿ ਅਸੀਂ ਓਅੰਕਾਰ ਹਾਂ, ਹੈ ਅਸੀਂ ਰੱਬ ਹੀ। ਕਿਸੇ ਨੂੰ ਕਹੋ ਜੀ ਭਗਵਾਨ ਜੀ, ਅਗੇ ਕਿਉਂ ਮਖੌਲ ਕਰਦੇ ਹੋ ਜੀ, ਕਿਉਂ ਮਖੌਲ ਕਰ, ਹੈ ਤਾਂ ਭਗਵਾਨ ਹੀ। ਸਿਰਫ ਭਗਵਾਨ ਦਾ ਅਸੀਂ ਓਅੰਕਾਰ ਰੂਪ ਹਾਂ। ਓਅੰਕਾਰ ਤੋਂ ਅਸੀਂ ਬਣਨਾ ਏਕ ਅੰਕਾਰ, ਏਕ ਅੰਕਾਰ ਤੋਂ ਬਣਨਾ ਨਿਰੰਕਾਰ। ਆਹ ਯਾਤਰਾ ਸਾਡੀ, ਓਅੰਕਾਰ ਤੋਂ ਏਕ ਅੰਕਾਰ ਤੱਕ ਜਾਣਾ, ਏਕ ਅੰਕਾਰ ਤੋਂ ਨਿਰੰਕਾਰ ਤੱਕ ਪਹੁੰਚਣਾ, ਇਹ ਸਾਡੀ ਯਾਤਰਾ ਹੈ। ਅਸੀਂ ਭਗਵਾਨ ਦਾ ਹੀ ਰੂਪ, ਸਿਰਫ ਉਹਦਾ ਤੀਸਰਾ ਰੂਪ ਹਾਂ, ਜਿਹਨੂੰ ਕਹਿੰਦੇ ਨੇ ਓਅੰਕਾਰ। ਉਹ ਭਗਵਾਨ ਜੋ ਸਰਗੁਣ ਸਰੂਪ ਹੈ, ਜਿਹੜਾ ਭਗਵਾਨ ਇਹਨਾਂ ਅੱਖਾਂ ਨਾਲ ਦਿਸਦਾ ਨਾ, ਉਹਨੂੰ ਕਹਿੰਦੇ ਸਰਗੁਣ ਸਰੂਪ। ਆਪਾਂ ਸਾਰੇ ਪਰਮਾਤਮਾ ਦਾ ਸਰਗੁਣ ਸਰੂਪ ਬੈਠੇ ਹੋਏ ਹਾਂ। ਇਸ ਲਈ ਗੁਰ ਪ੍ਰਸਾਦ ਆਪਨ ਆਪ ਸੁਝੈ, ਗੁਰੂ ਦੀ ਕਿਰਪਾ ਨਾਲ ਜਿਸ ਨੂੰ ਆਪਣੇ ਆਪ ਦੀ ਸੋਝੀ ਹੋ ਜਾਂਦੀ ਨਾ, ਤਿਸ ਕੀ ਜਾਨੋ ਤ੍ਰਿਸ਼ਨਾ ਬੁਝੈ, ਸਮਝੋ ਉਹਦੀ ਤ੍ਰਿਸ਼ਨਾ ਖਤਮ ਹੋ ਜਾਂਦੀ ਹੈ। ਉਹਦੇ ਤ੍ਰਿਸ਼ਨਾ ਕੋਈ ਰਹਿੰਦੀ ਹੀ ਨਹੀਂ ਹੈ, ਉਹਦੀ ਅਵਸਥਾ ਹੀ ਇੱਥੋਂ ਤੱਕ ਉੱਚੀ ਹੋ ਜਾਂਦੀ ਹੈ ਕਿ ਉਸ ਸਭ ਕਾਸੇ ਤੋਂ ਨਿਰਲੇਪ ਹੋ ਜਾਂਦਾ ਹੈ। ਸਾਧ ਸੰਗ ਹਰ ਹਰ ਜਸ ਕਹਿਤ, ਸਤ ਸੰਗਤ 'ਚ ਆ ਕੇ ਜਿਹੜਾ ਹਰੀ ਹਰੀ ਦਾ ਜਸ ਕਹਿੰਦਾ ਹੈ, ਪਰਮਾਤਮਾ ਦੀ ਸਿਫਤ ਸਲਾਹ ਕਰਦਾ ਹੈ। ਘਰ ਬੈਠ ਕੇ ਤੁਸੀਂ ਵਾਹਿਗੁਰੂ ਵਾਹਿਗੁਰੂ ਕਰੋ, ਹੋਰ ਗੱਲ ਹੈ। 10 ਬੰਦੇ ਬਹਿ ਕੇ ਵਾਹਿਗੁਰੂ ਵਾਹਿਗੁਰੂ ਕਰੋ, ਹੋਰ ਗੱਲ ਹੈ। 100 ਬੰਦਾ ਬਹਿ ਕੇ ਵਾਹਿਗੁਰੂ ਵਾਹਿਗੁਰੂ ਕਰੋ, ਹੋਰ ਗੱਲ ਹੈ। 10,000 ਬੰਦਾ ਬਹਿ ਕੇ ਵਾਹਿਗੁਰੂ ਵਾਹਿਗੁਰੂ ਕਰੋ, ਦੇਖੋ ਕੁਝ ਹੀ ਸਮੇਂ 'ਚ ਕਿਤੇ ਦਾ ਕਿਤੇ ਬੰਦਾ ਪਹੁੰਚ ਜਾਂਦਾ, ਅਵਸਥਾ ਇੰਨੀ ਉੱਚੀ ਹੋ ਜਾਂਦੀ ਹੈ। ਇਸ ਲਈ ਸਤ ਸੰਗਤ ਦੀ ਮਹਾਨਤਾ, ਉਹ ਵੀ ਵਾਹਿਗੁਰੂ ਵਾਹਿਗੁਰੂ ਕਰੇ, ਦੂਜਾ ਵੀ ਤੀਜਾ ਵੀ, ਇੱਧਰੋਂ ਵੀ ਵਾਹਿਗੁਰੂ ਦੀ ਲਹਿਰਾ, ਇੱਧਰੋਂ ਵੀ ਵਾਹਿਗੁਰੂ ਦੀ ਲਹਿਰਾ, ਉੱਧਰੋਂ ਵਾਹਿਗੁਰੂ ਦੀ ਲਹਿਰਾ, ਮਗਰੋਂ ਵੀ ਵਾਹਿਗੁਰੂ ਦੀ ਲਹਿਰਾ ਆ ਕੇ ਟਕਰਾਈ ਜਾਂਦੀਆਂ ਨੇ, ਆਤਮਕ ਅਵਸਥਾ ਉੱਚੀ ਕਰ ਦਿੰਦੀਆਂ। ਐਵੇਂ ਨਹੀਂ ਸਤ ਸੰਗਤ ਦੀ ਮਹਾਨਤਾ। ਇਹ ਤਾਂ ਬਦਕਿਸਮਤ ਲੋਕ ਨੇ ਜਿਹੜੇ ਸਤ ਸੰਗਤ ਨਹੀਂ ਕਰਦੇ, ਉਹਨਾਂ ਨੂੰ ਸਤ ਸੰਗਤ ਦੀ ਮਹਾਨਤਾ ਇਹਦੀ ਨਹੀਂ ਪਤਾ। ਆਉਣਗੇ ਤਾਂ ਫਿਰ ਮਹਿਮਾ ਦਾ ਪਤਾ ਲੱਗੇਗਾ ਨਾ, ਜਦੋਂ ਅਸੀਂ ਕਿਤੇ ਜਾਵਾਂਗੇ ਫਿਰ ਸਾਨੂੰ ਪਤਾ ਲੱਗੇਗਾ। ਸੋ ਵੱਡੇ ਭਾਗਾਂ ਵਾਲੇ ਲੋਕ ਨੇ ਜਿਨ੍ਹਾਂ ਨੂੰ ਸਤ ਸੰਗਤ ਨਸੀਬ ਹੁੰਦੀ ਹੈ। ਸਾਧ ਸੰਗ ਹਰ ਹਰ ਜਸ ਕਹਿਤ, ਜਿਹੜੇ ਸਤ ਸੰਗ ਚੱਕ ਕੇ ਪਰਮਾਤਮਾ ਦਾ ਨਾਮ ਜਪਦੇ ਨਾ, ਸਰਬ ਰੋਗ ਤੇ ਉਹ ਹਰ ਜਨ ਰਹਿਤ, ਉਹ ਵਿਅਕਤੀ ਸਾਰੇ ਰੋਗਾਂ ਤੋਂ ਬਚ ਜਾਂਦੇ ਹਨ।
ਸਿੱਖ ਧਰਮ 'ਚ 5 ਵੱਡੇ ਰੋਗ ਗਿਣੇ ਗਏ ਨੇ ਜੋ ਗੁਰਬਾਣੀ ਜੋ ਜੋ ਦੀਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਉਹ ਰੋਗੀ ਕਿਹੜਾ ਹੈ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਇਹ 5 ਰੋਗ ਗਿਣੇ ਗਏ ਨੇ। ਇਹ 5 ਚੀਜ਼ਾਂ ਕੀੜੇ 'ਚ ਵੀ ਹੁੰਦੀਆਂ ਨੇ, ਹਾਥੀ 'ਚ ਵੀ ਹੁੰਦੀਆਂ, ਬੰਦੇ 'ਚ ਵੀ ਹੁੰਦੀਆਂ, ਜਨਾਨੀ 'ਚ ਵੀ ਹੁੰਦੀਆਂ। ਇਹ ਜਿੰਨੀਆਂ ਜੂਨਾਂ ਨੇ ਸਭ ਦੇ ਵਿੱਚ ਇਹ ਹੈ, ਇਸ ਤੋਂ ਕੋਈ ਨਹੀਂ ਬਚਿਆ। ਕੀੜੇ ਵੀ ਲੜ ਰਹੇ ਹੁੰਦੇ ਨੇ, ਦੇਖਣ ਤਮਾਸ਼ਾ। ਹੁਣ ਪੁੱਛ ਤੁਸੀਂ ਕਿਉਂ ਲੜ ਰਹੇ ਹੋ ਬਈ? ਜਾਨਵਰ ਦਰਖਤ 'ਤੇ ਬੈਠੇ ਆਪੇ ਲੜ ਰਹੇ ਨੇ। ਹੁਣ ਪੁੱਛੇ ਕਿਉਂ ਲੜਦੇ? ਤੂੰ ਪਰਲੀ ਟਹਿਣੀ 'ਤੇ ਬਹਿ ਜਾਣਾ ਕਿ ਮੇਰੀ ਟਹਿਣੀ। ਜਿਵੇਂ ਸਕੂਲ ਦੇ ਵਿੱਚ ਕੋਈ ਬੱਚਾ ਪਹਿਲੇ ਡੈਸਕ 'ਤੇ ਬਹਿਣ ਲੱਗ ਜੇ, ਕਿੰਨੇ ਦਿਨ ਬੈਠ, ਕੋਈ ਦੂਜਾ ਆ ਕੇ ਬੈਠ, ਹੁਣ ਕੋ ਉੱਠੋ, ਇਹ ਮੇਰਾ ਡੈਸਕ ਹੈ, ਉੱਠ, ਮੇਰਾ ਡੈਸਕ। ਉਹ ਉਸੇ ਡੈਸਕ ਪਿੱਛੇ, ਹਾਲਾਂਕਿ ਸਾਰੇ ਇੱਕੋ ਜਿਹੇ ਡੈਸਕ ਹੁੰਦੇ ਨੇ, ਚਾਹੇ ਹੋਰ ਕਿਸੇ 'ਤੇ ਬੈਠਣਾ, ਉੱਥੇ ਤੂੰ ਮੈਂ ਉਹਨਾਂ ਦੀ ਹੋ ਜਾਂਦੀ ਹੈ। ਬੰਦਾ ਕਹਿੰਦਾ ਇਸ ਤਰ੍ਹਾਂ ਇਹ ਸਾਰਿਆਂ ਦੇ ਵਿੱਚ ਹੀ ਹੈ। ਕੀੜੇ ਤੋਂ ਲੈ ਕੇ ਕਾਮ ਕੀੜੇ 'ਚ ਵੀ ਹੈ, ਕ੍ਰੋਧ ਕੀੜੇ 'ਚ ਵੀ ਹੈ, ਲੋਭ ਕੀੜੇ 'ਚ ਵੀ ਹੈ, ਮੋਹ ਕੀੜੇ ਵਿੱਚ ਵੀ ਹੈ, ਹੰਕਾਰ ਕੀੜੇ ਵਿੱਚ ਵੀ ਹੈ। ਇਸੇ ਤਰ੍ਹਾਂ ਇਹੀ 5 ਚੀਜ਼ਾਂ ਬੰਦਿਆਂ 'ਚ ਵੀ ਨੇ। ਬੰਦਿਆਂ 'ਚ ਕਾਮ ਵੀ ਹੈ, ਕ੍ਰੋਧ ਵੀ ਹੈ, ਲੋਭ ਵੀ ਹੈ, ਮੋਹ ਵੀ ਹੈ, ਹੰਕਾਰ ਵੀ ਹੈ। ਅਤੇ ਜਿੱਦੇ 5 ਨਹੀਂ ਨਾ ਰਹਿਣਗੇ ਉਹਦੇ ਅਸੀਂ ਬ੍ਰਹਮ ਗਿਆਨੀ ਹੋ ਜਾਵਾਂਗੇ। ਸ਼ਕਲ ਸੂਰ ਦੇ ਬੰਦੇ ਹੀ ਰਹਾਂਗੇ, ਅੰਦਰੋਂ ਬ੍ਰਹਮ ਗਿਆਨੀ ਹੋ ਜਾਵਾਂਗੇ। ਇਸ ਲਈ ਕਹਿੰਦੇ ਜਿਹੜਾ ਸਤ ਸੰਗਤ ਕਰਦਾ ਅਤੇ ਨਾਮ ਜਪਦਾ ਰਹਿੰਦਾ ਨਾ ਸਤਸੰਗ 'ਚ ਆ ਕੇ, ਉਹ ਇਹਨਾਂ 5 ਰੋਗਾਂ ਤੋਂ ਰਹਿਤ ਹੋ ਜਾਂਦਾ। ਸਮਾਂ ਪਾ ਕੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ 'ਤੇ ਦਾ ਕੰਟਰੋਲ ਹੋ ਜਾਂਦਾ ਹੈ। ਇਹ ਚੀਜ਼ਾਂ ਮਰਿਆ ਨਹੀਂ ਕਰਦੀਆਂ, ਖਿਆਲ ਰੱਖਣਾ। ਫਿਰ ਤਾਂ ਨਾਮ ਜਪਣ ਵਾਲਾ ਸ਼ਾਦੀ ਕਰਾਉਣ ਦੇ ਯੋਗ ਹੀ ਨਾ ਰਹਿ ਜੇ, ਜਿਹਦੇ ਅੰਦਰ ਕਾਮ ਮਰ ਜੇ ਤਾਂ ਹੈ। ਪਰ ਨਹੀਂ, ਸਾਡੇ ਗੁਰੂ ਵੀ ਗ੍ਰਸਤੀ ਹੋਏ। ਇਹਨਾਂ ਚੀਜ਼ਾਂ ਇਹ ਚੀਜ਼ਾਂ ਮਰਦੀਆਂ ਨਹੀਂ ਹੁੰਦੀਆਂ, ਇਹਨਾਂ 'ਤੇ ਕੰਟਰੋਲ ਹੋ ਜਾਂਦਾ ਹੈ। ਹੁਣ ਤਾਂ ਇਹਨਾਂ ਦਾ ਸਾਡੇ 'ਤੇ ਕੰਟਰੋਲ ਹੈ। ਇਹਨਾਂ ਨੇ ਵੱਡੇ ਵੱਡੇ ਮਹਾਂਪੁਰਖਾਂ ਨੂੰ ਜੇਲ੍ਹਾਂ ਕਰਵਾਤੀਆਂ ਨੇ। ਕਿਉਂ? ਉਹ ਇਹਨਾਂ ਚੀਜ਼ਾਂ ਦਾ ਉਹਨਾਂ 'ਤੇ ਅਸਰ ਹੋ ਗਿਆ। ਜਿਹੜਾ ਬ੍ਰਹਮ ਗਿਆਨੀ ਹੁੰਦਾ ਉਹ ਇਹਨਾਂ 5 ਤੋਂ ਉੱਪਰ ਉੱਠ ਜਾਂਦਾ ਹੈ। ਇਹਨਾਂ ਦੀ ਪੇਸ਼ ਹੀ ਨਹੀਂ ਉਹਦੇ ਤੱਕ ਜਾਂਦੀ। ਇਸ ਲਈ ਇਹ ਉਹਨੂੰ ਪ੍ਰਭਾਵਿਤ ਨਹੀਂ ਕਰਦੇ 5 ਰੋਗ। ਗੁਰੂ ਨੂੰ ਕਿਉਂ ਕਿਹਾ ਰੋਗ ਰਹਿਤ ਮੇਰਾ ਸਤਿਗੁਰ ਜੋਗੀ? ਨਾਲ ਸ਼ਬਦ ਕਿਹਾ ਜੋਗੀ। ਜੋਗੀ ਭਗਵੇਂ ਕੱਪੜੇ ਵਾਲਾ ਨਹੀਂ ਸਮਝ ਲੈਣਾ। ਜੋਗੀ ਹੁੰਦਾ ਜਿਹੜਾ ਪਰਮਾਤਮਾ ਨਾਲ ਜੁੜਿਆ ਹੋਇਆ ਹੋਵੇ। ਗੁਰੂ ਹਮੇਸ਼ਾ ਪਰਮਾਤਮਾ ਨਾਲ ਜੁੜਿਆ ਰਹਿੰਦਾ ਹੈ। ਉਹ ਪਰਮਾਤਮਾ ਦਾ ਅੱਡ ਹੁੰਦੇ ਹੀ ਨਹੀਂ। ਹੁਣ ਦੇ ਅੰਦਰ ਪਰਮਾਤਮਾ ਵਸਦਾ ਹੈ। ਇਸ ਲਈ ਉਹ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੋਂ ਉੱਪਰ ਉੱਠ ਜਾਂਦੇ ਹਨ। ਅਣ ਦਿਨ ਕੀਰਤਨ ਕੇਵਲ ਬਖਿਆਨ। ਜਿਹੜਾ ਦਿਨ ਰਾਤ ਕੀਰਤਨ ਦਾ ਮਤਲਬ ਹੈ ਕੀਰਤੀ ਹੁੰਦੀ ਸਿਫਤ ਸਲਾਹ। ਸਿੱਖ ਧਰਮ 'ਚ ਕੀਰਤਨ ਉਹਨੂੰ ਕਹੇ ਉਹ ਸਿਫਤ ਸਲਾਹ ਜਿਹੜੀ ਗਾ ਕੇ ਕੀਤੀ ਜਾਂਦੀ ਹੈ। ਬਾਣੀ ਪਰਮਾਤਮਾ ਦੀ ਸਿਫਤ ਸਲਾਹ। ਜਦੋਂ ਸ਼ਬਦ ਗਾਉਂਦੇ ਆ ਉਹਨੂੰ ਕਹਿੰਦੇ ਨੇ ਕੀਰਤਨ, ਭਾਵ ਸਿਫਤ ਸਲਾਹ ਹੈ। ਅਣ ਦਿਨ ਦਾ ਦਿਨ ਰਾਤ। ਅਣ ਦਿਨ ਦਾ ਮਤਲਬ ਦਿਨ ਰਾਤ, ਭਾਵ ਹਰ ਵਕਤ। ਜਿਹੜਾ ਦਿਨ ਰਾਤ ਪਰਮਾਤਮਾ ਦੀ ਸਿਫਤ ਸਲਾਹ ਕਰਦਾ ਰਹਿੰਦਾ ਕਰਦਾ ਰਹਿੰਦਾ ਕਰਦਾ ਰਹਿੰਦਾ, ਗ੍ਰਸਤ ਮੈਂ ਸੋਈ ਨਿਰਵਾਣ। ਉਹ ਗ੍ਰਸਤੀ ਹੁੰਦਾ ਹੋਇਆ ਵੀ ਨਿਰਲੇਪ ਹੋ ਜਾਂਦਾ ਹੈ। ਗ੍ਰਸਤ 'ਚ ਰਹਿੰਦਾ, ਪਰਿਵਾਰ ਵਾਲਾ ਹੈ। ਸਾਡੇ ਸਾਰੇ ਗੁਰੂ ਜਿਨ੍ਹਾਂ ਭਗਤਾਂ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ, ਉਹ ਸਾਰੇ ਦੇ ਸਾਰੇ ਭਗਤ ਸਾਰੇ ਗ੍ਰਸਤੀ ਸਨ, ਪਰਿਵਾਰ ਵਾਲੇ ਸਨ। ਪਰ ਪਰਿਵਾਰ 'ਚ ਰਹਿੰਦੇ ਹੋਇਆਂ, ਪਰਿਵਾਰਕ ਫਰਜ਼ ਪੂਰੇ ਕਰਦੇ ਹੋਇਆਂ ਹਰ ਵਕਤ ਨਾਮ ਨਾਲ ਜੁੜੇ ਰਹਿੰਦੇ ਸਨ। ਇਸ ਲਈ ਉਹ ਨਿਰਲੇਪ ਰਹਿੰਦੇ ਸਨ। ਉਹਨਾਂ 'ਤੇ ਮੋਹ ਮਾਇਆ ਦਾ ਅਸਰ ਨਹੀਂ ਸੀ ਹੁੰਦਾ। ਜਦੋਂ ਮੋਹ ਮਾਇਆ ਦਾ ਅਸਰ ਨਾ ਹੋਵੇ ਬੰਦਾ ਨਿਰਲੇਪ ਹੋ ਜਾਂਦਾ। ਉਹਨੂੰ ਕਹਿੰਦੇ ਨਿਰਵਾਣ ਪਦਵੀ। ਉੱਥੇ ਉਹ ਨਿਰਵਾਣ ਅਵਸਥਾ 'ਤੇ ਪਹੁੰਚ ਜਾਂਦਾ। ਏਕ ਉੱਪਰ ਜਿਸ ਜਨ ਕੀ ਆਸਾ। ਜਿਹੜਾ ਵਿਅਕਤੀ ਸਿਰਫ ਅਤੇ ਸਿਰਫ ਪਰਮਾਤਮਾ ਦਾ ਓਟ ਆਸਰਾ ਲੈਂਦਾ, ਜਿਹੜੇ ਸਿਰਫ ਅਤੇ ਸਿਰਫ ਉਮੀਦ ਪਰਮਾਤਮਾ 'ਤੇ ਰੱਖਦੇ ਨੇ ਕਿ ਪਰਮਾਤਮਾ ਮੇਰੀ ਸਹਾਇਤਾ ਕਰੇਗਾ, ਇੱਕੋ ਦਾ ਹੀ ਓਟ ਆਸਰਾ ਲੈਂਦੇ ਨੇ।
ਧਿਰ ਦਾ ਨਹੀਂ। ਜੇ ਬਾਣੀ ਕਹਿੰਦੀ ਹੈ ਜਿਹੜਾ ਪਰਮਾਤਮਾ ਤੋਂ ਨਹੀਂ ਡਰਦਾ ਉਹ ਲੋਕਾਂ ਤੋਂ ਡਰਦਾ ਹੈ, ਉਹ ਧਿਰ ਤੋਂ ਡਰਦਾ ਹੈ। ਜਿਹੜਾ ਪਰਮਾਤਮਾ ਤੋਂ ਡਰਦਾ ਉਹ ਕਿਸੇ ਤੋਂ ਨਹੀਂ ਡਰਦਾ। ਜਿਹੜਾ ਪਰਮਾਤਮਾ ਤੋਂ ਨਹੀਂ ਡਰਦਾ ਉਹ ਧਿਰ ਤੋਂ ਡਰਦਾ ਹੈ, ਅਤੇ ਜਿਹੜਾ ਪਰਮਾਤਮਾ ਤੋਂ ਡਰਦਾ ਉਹ ਕਿਸੇ ਤੋਂ ਨਹੀਂ ਡਰਦਾ। ਉਹ ਚਾਹੇ ਬੰਦ ਉਹਨਾਂ ਦੇ ਕੱਢ ਦਿਓ, ਚਾਹੇ ਤੱਤੀਆਂ ਤਵੀ 'ਤੇ ਬਿਠਾ ਦਿਓ, ਚਾਹੇ ਕੜਾਹ 'ਚ ਜੇ ਤੱਤੇ ਤੇਲ ਦੇ ਕੜਾਹ 'ਚ ਤਲ ਦਿਓ, ਚਾਹੇ ਪਾਣੀ 'ਚ ਉਬਾਲ ਦਿਓ, ਚਾਹੇ ਰੂਹ 'ਚ ਲਪੇਟ ਕੇ ਜਿਹੜਾ ਹੈ ਸ਼ਹੀਦ ਕਰ ਦਿਓ, ਚਾਹੇ ਸਵਾ ਮਣ ਪੀਸਣ ਲਾ ਦਿਓ, ਚਾਹੇ ਬੱਚਿਆਂ ਦੇ ਟੁਕੜੇ ਕਰਕੇ ਉਹਨਾਂ ਦੇ ਗਲਾਂ 'ਚ ਹਾਰ ਪਾ ਦਿਓ, ਉਹ ਨਹੀਂ ਪਰਵਾਹ ਕਰਦੇ। ਕਿਉਂ? ਉਹ ਪਰਮਾਤਮਾ ਤੋਂ ਡਰਦੇ ਨੇ, ਇਸ ਲਈ ਕਿਸੇ ਤੋਂ ਨਹੀਂ ਡਰਦੇ। ਇਸੇ ਤਰ੍ਹਾਂ ਹੀ ਗੁਰੂ ਮਹਾਰਾਜ ਏਕ ਉਪਰ ਜੇ ਜਨ ਕੀ ਆਸਾ, ਜਿਹਨੂੰ ਸਿਰਫ ਅਤੇ ਸਿਰਫ ਪਰਮਾਤਮਾ 'ਤੇ ਹੀ ਆਸ ਹੁੰਦੀ, ਜੋ ਪਰਮਾਤਮਾ ਦਾ ਹੀ ਓਟ ਆਸਰਾ ਲੈਂਦਾ, ਤਿਸ ਕੀ ਘਟੀਐ ਜਮ ਕੀ ਫਾਂਸਾ। ਫਾਂਸਾ ਤੋਂ ਫਾਂਸੀ ਬਣੇ, ਫਾਹੀ ਜਿਹਨੂੰ ਕਹਿੰਦੇ ਨੇ। ਫਾਸਾ ਨਹੀਂ ਪੜ੍ਹਨਾ, ਫਾਂਸ ਹਿੰਦੀ ਦਾ ਸ਼ਬਦ ਹੈ, ਇਹ ਪੰਜਾਬੀ ਦਾ ਫਾਹੀ ਹੈ। ਫਾਂਸ ਜਿਹੜਾ ਹੈ, ਫਾਂਸਾ, ਇਹ ਹਿੰਦੀ ਦਾ ਸ਼ਬਦ ਹੈ ਅਤੇ ਉਹਦਾ ਅਰਥ ਹੈ ਫਾਹੀ। ਉਹਨਾਂ ਦੀ ਜਿਹੜੀ ਜਮਾਂ ਦੀ ਫਾਹੀ ਹੈ ਨਾ, ਉਹ ਕੱਟ ਜਾਂਦੀ। ਜਮ ਉਹਨੂੰ ਲੈਣ ਹੀ ਨਹੀਂ ਆਉਂਦਾ। ਜਮਾਂ ਨੂੰ ਹੁਕਮ ਹੈ ਧਰਮਰਾਜ ਦਾ ਕਿ ਜਿੱਥੇ ਪਰਮਾਤਮਾ ਦਾ ਨਾਮ ਜਪਿਆ ਜਾ ਰਿਹਾ ਹੈ ਤੁਸੀਂ ਉੱਥੇ ਜਾਣਾ ਹੀ ਨਹੀਂ ਹੈ। ਇਸ ਲਈ ਜਿਹੜਾ ਵਿਅਕਤੀ ਹਰ ਵਕਤ ਪਰਮਾਤਮਾ ਦਾ ਨਾਮ ਜਪਦਾ ਰਹਿੰਦਾ ਹੈ ਉਹਨੂੰ ਜਮ ਲੈ ਨਹੀਂ ਆਉਂਦੇ, ਉਹ ਧਰਮਰਾਜ ਦੇ ਪੇਸ਼ ਹੀ ਨਹੀਂ ਹੁੰਦਾ, ਲੋੜ ਹੀ ਨਹੀਂ ਉਹਨੂੰ ਪੈਂਦੀ। ਉਹਨੂੰ ਉਹ ਰੂਹਾਂ ਲੈਣ ਆਉਂਦੇ ਜਿਸ ਮੰਡਲ 'ਤੇ ਉਸਨੇ ਜਾਣਾ ਹੁੰਦਾ, ਉਹਨੂੰ ਉਹ ਰੂਹਾਂ ਲੈਣ ਆਉਂਦੇ ਅਤੇ ਆਪਣੇ ਮੰਡਲ 'ਤੇ ਲੈ ਜਾਂਦੀਆਂ। ਇਸ ਲਈ ਜਮਾਂ ਦੀ ਫਾਹੀ ਕੱਢ ਜਾਂਦੀ। ਤਿਸ ਕੀ ਘਟੀਐ ਜਮ ਕੀ ਫਾਂਸਾ, ਫੱਫੇ ਨੂੰ ਕੰਨਾ ਬਿੰਦੇ, ਫਾਂਸਾ ਫਾਹੀ ਫਾਂਸੀ। ਆਪਾਂ ਕਿ ਫਲਾਣਾ ਫਾਂਸੀ ਚੜ੍ਹਾਤਾ ਹੈ, ਉਹ ਰੱਸਾ ਗੋਲ ਕਰਕੇ ਉਹਦੀ ਗਲ 'ਚ ਪਾਉਂਦੇ ਨੇ, ਕਦੇ ਦੇਖਿਆ ਹੋਣਾ ਤੁਸੀਂ ਤਸਵੀਰਾਂ 'ਚ, ਫਾਹੀ ਪਾਉਂਦੇ ਗਲ 'ਚ, ਰੱਸਾ ਗੋਲ ਕਰਕੇ ਉੱਪਰ ਰੱਸਾ ਬੰਨ੍ਹਿਆ ਹੁੰਦਾ, ਹੇਠਾਂ ਖੂਹ ਹੁੰਦਾ, ਪੱਟੇ ਹੇਠਾਂ ਖੂਹ ਹੁੰਦਾ ਡੂੰਘਾ, ਉਹਦੇ ਉੱਤੇ ਲੱਕੜ ਦਾ ਫੱਟਾ ਰੱਖਿਆ ਹੁੰਦਾ ਹੈ। ਜਦੋਂ ਉਹ ਰੱਸਾ ਉਹਦੇ ਗਲ ਨੂੰ ਬੰਨ੍ਹ ਕੇ, ਹੁਣ ਪਹਿਲਾਂ ਉੱਪਰ ਨੂੰ ਚੱਕਦੇ ਨੇ, ਰੱਸੀ ਗਲ 'ਚ ਬੰਨ੍ਹ ਲੈਂਦੇ ਨੇ, ਬੰਨ੍ਹ ਕੇ ਜਦੋਂ ਉਹਨੂੰ ਛੱਡਦੇ ਹੇਠਾਂ ਫੱਟਾ ਹਟਾ ਦਿੰਦੇ ਨੇ, ਉਹ ਹੇਠਾਂ ਤੱਕ ਜਾਂਦਾ, ਝਟਕਾ ਇੰਨੇ ਜ਼ੋਰ ਦੀ ਵੱਜਦਾ ਉਹਦਾ ਕਿ ਉਹ ਨਾਲ ਦੀ ਨਾਲ ਉਹਦੀ ਡੈਥ ਹੋ ਜਾਂਦੀ, ਗਲਾ ਘੁੱਟਿਆ ਜਾਂਦਾ ਉਸਦਾ। ਉਹ ਹੈ ਫਾਂਸੀ, ਹੁੰਦੀ ਰੱਸੀ ਹੋਈ ਉਸ ਤੋਂ ਬਣਿਆ ਫਾਂਸਾ। ਤਿਸ ਕੀ ਘਟੀਐ ਜਮ ਕੀ ਫਾਂਸਾ। ਕੀ ਹੈ ਦੇਖੋ, ਜਮ ਕਾ ਫਾਂਸਾ ਨਹੀਂ ਕਿਹਾ, ਜਮ ਕੀ ਫਾਂਸਾ ਕਿਹਾ। ਫਾਂਸਾ ਮੈਨੇ ਫਾਹੀ, ਫਾਹੀ ਇਸਤਰੀ ਲਿੰਗ ਹੈ, ਇਸ ਲਈ ਕੀ ਸ਼ਬਦ ਵਰਤਿਆ। ਜੇ ਫਾਂਸਾ ਪੁਲਿੰਗ ਹੁੰਦਾ ਨਾ ਫਿਰ ਉਹਨੇ ਜਮ ਕਾ ਫਾਂਸਾ ਲਿਖਣਾ ਸੀ, ਲਿਖਿਆ ਜਮ ਕੀ ਫਾਂਸਾ, ਜਮ ਦੀ ਫਾਹੀ, ਜਮਾ ਦੀ ਫਾਹੀ। ਜੇ ਤੁਸੀਂ ਹੌਲੇ ਬੜੇ ਧਿਆਨ ਨਾਲ ਬਾਣੀ ਪੜ੍ਹੋ, ਕਈ ਕੁਛ ਤੁਹਾਨੂੰ ਲੱਭੇਗਾ ਇਹਦੇ 'ਚੋਂ। ਅਸੀਂ ਕਈ ਵਾਰ ਬੜੇ ਧਿਆਨ ਨਾਲ ਨਹੀਂ ਪੜ੍ਹਦੇ ਹੈਗੇ, ਫਿਰ ਪਤਾ ਲੱਗੇਗਾ। ਹਾਂਜੀ, ਹੁਣ ਹੌਲੇ ਜਦੋਂ ਵੇਲ ਲੱਗੇ, ਚਲੋ ਆਪਾਂ ਰੋਜ਼ ਨਿਤਨੇਮ ਕਰਨਾ, ਉਹ ਤਾਂ ਆਪਾਂ ਕਈ ਵਾਰੀ ਥੋੜ੍ਹੀ ਸਪੀਡ ਨਾਲ ਕਰ ਲੈਣਾ। ਜਦੋਂ ਟਾਈਮ ਹੋਵੇ ਫਿਰ ਆਰਾਮ ਨਾਲ ਪੜ੍ਹ ਕੇ ਦੇਖੋ, ਕਾਫੀ ਕੁਝ ਤਾਂ ਵੈਸੇ ਹੀ ਸਮਝ ਜਾਂਦਾ ਜਦੋਂ ਆਪਾਂ ਹੌਲੀ ਹੌਲੀ ਪੜ੍ਹਦੇ ਧਿਆਨ ਨਾਲ। ਪਾਰ ਬ੍ਰਹਮ ਕੀ ਜਿਸ ਮਨ ਭੂਖ। ਜਦੋਂ ਭੁੱਖ ਲੱਗੀ ਹੋਵੇ ਬੱਚੇ ਨੂੰ ਪੂਰੀ, ਉਦੋਂ ਫਿਰ ਤਮਾਸ਼ਾ ਵੇਖਣ ਵਾਲਾ ਹੁੰਦਾ। ਇਹ ਆਪਾਂ ਵੱਡੇ ਹੋ ਜਾਂਦੇ, ਸਾਨੂੰ ਨਾ ਆਹ ਸਬਜ਼ੀ ਚਾਹੀਦੀ, ਆਹ ਦਾਲ ਚਾਹੀਦੀ, ਆਹ ਚਾਹੀਦਾ, ਉਹ ਚਾਹੀਦਾ। ਨਾ, ਛੋਟੀ ਉਮਰ 'ਚ ਕੁਛ ਨਹੀਂ ਇਹੋ ਜਿਹੀ ਚੀਜ਼ਾਂ ਚਾਹੀਦੀਆਂ ਹੁੰਦੀਆਂ। ਮੈਂ ਦੇਖਿਆ ਜਵਾਕ ਨੂੰ ਰੋਟੀ ਦੇ ਦਿਓ, ਉਹ ਨਾਲ ਫਿਰੀ ਜਾਂਦਾ, ਨਾਲੇ ਉਸ ਦੀ ਰੋਟੀ ਖਾਈ ਜਾਂਦਾ। ਆਪਾਂ ਕਹਿੰਦੇ ਉਹ ਕੋਈ ਦਾਲ ਲੈ ਲਾ, ਕੋਈ ਸਬਜ਼ੀ ਲੈ, ਉਹਨੂੰ ਕੋਈ ਨਹੀਂ ਪਰਵਾਹ ਨਹੀਂ ਇਹਨਾਂ ਗੱਲਾਂ ਦੀ। ਬੜੀ ਵਧੀਆ ਜ਼ਿੰਦਗੀ ਹੁੰਦੀ ਆ ਉਹ। ਵੱਡਾ ਜਿਹਾ ਵੱਡਾ ਫਿਰ ਨਖਰੇ ਜੇ ਕਰੀ ਜਾਂਦਾ ਹੈ, ਆਹ ਨਹੀਂ ਬਣਾਇਆ, ਉਹ ਨਹੀਂ ਬਣਾਇਆ। ਸੋ ਜਦੋਂ ਭੁੱਖ ਲੱਗੀ ਹੋਵੇ ਨਾ, ਫਿਰ ਦਾਲ ਸਬਜ਼ੀ ਵਾਲਾ ਕਹਿੰਦੇ ਬਸ ਰੋਟੀ ਦੇ ਦਿਓ, ਬਸ ਅਚਾਰ ਹੈ ਅਚਾਰ ਦੇ ਦਿਓ, ਨਹੀਂ ਅਚਾਰ ਲੂਣ ਮਿਰਚਾਂ ਦੇ ਦਿਓ, ਬਸ ਉਹ ਗੋਲ ਕਰਕੇ ਖਾਈ ਜਾਂਦਾ। ਕਿ ਭੁੱਖ ਲੱਗੀ ਹੈ ਨਾ, ਭੁੱਖ ਲੱਗੀ ਦੇ ਵਿੱਚ ਹੀ ਰੋਟੀ ਸਵਾਦ ਲੱਗਦੀ ਹੈ। ਜਿਵੇਂ 10ਵੀਂ ਪੜ੍ਹਦਾ ਸੀ,
ਸਾਨੂੰ ਹਿੰਦੀ ਦਾ ਇੱਕ ਡਰਾਮਾ ਲੱਗਾ ਜੋਂਕ, ਉਹਦਾ ਨਾਂ ਸੀ ਜੋਂਕ, ਜਿਹੜੀਆਂ ਜੋਕਾਂ ਚੰਬੜਦੀਆਂ ਲੋਕਾਂ ਨੂੰ ਪਾਣੀ 'ਚ। ਉਹ 1960 ਦਾ, ਅੱਜ ਦੇ ਕਿੰਨੇ ਸਾਲ ਹੋ ਗਏ, 40-60 ਸਾਲ ਹੋ ਗਏ। 60 ਸਾਲ ਪਹਿਲਾਂ ਮੈਂ ਉਹ ਪੜ੍ਹਿਆ। ਉਹ ਸਾਰੀ ਕਿਤਾਬ ਦੇ ਵਿੱਚ ਮੈਨੂੰ ਇੱਕੋ ਲਾਈਨ ਯਾਦ ਹੈ। ਇੱਕ ਪਾਤਰ ਦੂਸਰੇ ਪਾਤਰ ਨੂੰ ਪੁੱਛਦਾ ਹੈ ਵੀ ਰੋਟੀ ਕਦੋਂ ਖਾਣੀ ਚਾਹੀਦੀ ਹੈ। ਦੂਜਾ ਜਵਾਬ ਦਿੰਦਾ ਹੈ, ਗਰੀਬ ਨੂੰ ਜਦੋਂ ਮਿਲੇ, ਅਮੀਰ ਦਾ ਜਦੋਂ ਜੀਅ ਕਰੇ। ਮੈਂ ਜਦੋਂ ਪੜ੍ਹਿਆ ਮੈਂ ਹਾਂ ਯਾਰ ਗੱਲ ਤਾਂ ਬਿਲਕੁਲ ਠੀਕ ਹੈ। ਗਰੀਬ ਦਾ ਜਦੋਂ ਮਿਲ ਗਈ ਕਹਿੰਦੇ ਲਿਓ ਜੀ, ਹੁਣ ਤਾਂ ਵਿਚਾਰੇ ਭੁੱਖ ਲੈ, ਗਰੀਬ ਆਦਮੀ ਜੋ ਮਿਲ ਗਈ ਤਾਂ ਉਹਦੀ ਖਾ ਲੈਣਾ, ਵੀ ਪਤਾ ਨਹੀਂ ਫਿਰ ਮਿਲਣੀ ਹੈ ਕਿ ਨਹੀਂ ਮਿਲਣੀ। ਅਤੇ ਗਰੀਬ ਦਾ ਜਦੋਂ ਜੀਅ ਕਰੇਗਾ ਉਦੋਂ ਖਾਵੇਗਾ, ਨਹੀਂ ਕਹਾਂ ਨਹੀਂ ਮੈਨੇ ਅਜੇ ਖਾਣੀ, ਮੈਨੂੰ ਭੁੱਖ ਨਹੀਂ ਹੈਗੀ। ਇਸ ਲਈ ਜੇ ਭੁੱਖ ਲੱਗਦੀ ਹੈ ਨਾ, ਫਿਰ ਹਰ ਇੱਕ ਚੀਜ਼ ਸਵਾਦ ਲੱਗਦੀ। ਇਹ ਰੱਜ ਨੂੰ ਕੁਝ ਚੱਜ ਹੁੰਦਾ, ਕਹਾਵਤ ਐਵੇਂ ਨਹੀਂ ਬਣੀ, ਰੱਜ ਨੂੰ ਕੁਝ ਚੱਜ ਹੁੰਦਾ। ਰੱਜੇ ਬੰਦੇ ਦੀ ਰੋਟੀ ਧਰ ਤਾਂ ਦੇਖੂਗਾ ਮੇਰੇ ਵਾਂਗੂ। ਇਹ ਦੋਨੋਂ ਪਾਸੇ ਰੋਟੀ ਨੂੰ ਫੁੱਲ ਪਏ ਹੋਏ ਨੇ, ਇੱਕ ਪਾਸੇ ਕੱਚੀ ਤਾਂ ਨਹੀਂ ਹੈਗੀ, ਵਿੱਚੋਂ ਪੀਲੀ ਪੀਲੀ ਤਾਂ ਨਹੀਂ ਦਿਸ ਰਹੀ। ਮੈਂ ਕਈ ਦੇ ਘਰਾਂ ਜਾਂਦਾ, ਮੈਂ ਭਾਈ ਇਹਨੂੰ ਦੋਨੋਂ ਪਾਸੇ ਪੂਰੀ ਪਕਾ ਕੇ ਮੈਨੂੰ ਰੋਟੀ ਦਿਓ। ਇੱਕ ਪਾਸੇ ਤਾਂ ਪੱਕੀ ਹੈ, ਦੂਜੇ ਪਾਸੇ ਕੱਚੀ ਹੈ, ਦੇਖੋ ਇਹਨੂੰ ਚੰਗੀ ਤਰ੍ਹਾਂ। ਉਹ ਫਿਰ ਹੌਲੀ ਉਹਨੂੰ ਪਤਾ ਲੱਗ ਗਿਆ ਵੀ ਹਾਂਜੀ ਬਾਬਾ ਜੀ ਭਾਵੇਂ ਰੋਟੀ ਇੱਕ ਖਾਂਦੇ ਪਰ ਇਹਦਾ ਨਖਰਾ ਹੈਗਾ ਹੈ। ਉਹ ਹੁਣ ਦੋਨੋਂ ਪਾਸੇ ਪਕਾ ਕੇ ਦਿੰਦੇ ਚੰਗੀ ਤਰ੍ਹਾਂ। ਜਿੰਨੇ ਵਜੇ ਜਾਣਾ ਹੌਲੀ ਪਤਾ ਲੱਗ ਗਿਆ ਸੰਗਤ ਨੂੰ। ਨਹੀਂ ਤਾਂ ਮੈਂ ਸੰਗਦਾ ਕੋਈ ਨਹੀਂ। ਮੈਂ ਕਹਿੰਦਾ ਜੇ ਇੱਕ ਤਾਂ ਰੋਟੀ ਖਾਣੀ, ਡੇਢ ਖਾਣੀ, ਉਹ ਤਾਂ ਚੱਜ ਨਾ ਖਾ ਲਓ। ਫਿਰ ਮੈਂ ਆਪ ਹੀ ਕਹਿ ਦਿੰਦਾ, ਮੈਂ ਬੀਬਾ ਜੀ ਇਹਨੂੰ ਨਾ ਦੋਨੋਂ ਪਾਸੇ ਚੰਗੀ ਤਰ੍ਹਾਂ ਪਕਾ ਕੇ ਦਿਓ, ਇੱਕ ਪਾਸੇ ਤੁਹਾਡੀ ਰੋਟੀ ਕੱਚੀ ਹੈ। ਜੇ ਕਿਤੇ ਲੂਣ ਲਾਣ ਜ਼ਿਆਦਾ, ਮੈਂ ਬਾਅਦ 'ਚ ਕਹਿਣਾ ਬੀਬਾ ਜੀ ਅੱਗੇ ਤੋਂ ਖਿਆਲ ਰੱਖਣਾ, ਦਾਲ ਸਬਜ਼ੀ ਵਰਤਾਉਣ ਤੋਂ ਪਹਿਲਾਂ ਉਹਨੂੰ ਚੈੱਕ ਕਰ ਲਈ ਅੱਡ ਵੀ ਲੂਣ ਮਿਰਚਾਂ ਠੀਕ ਨੇ। ਜੇ ਠੀਕ ਨੇ ਫਿਰ ਵਰਤਾਓ। ਲੂਣ ਵੱਧ ਹੈ ਉਹਦਾ ਕੋਈ ਹੱਲ ਹੀ ਨਹੀਂ ਨਿਕਲਣਾ। ਘੱਟ ਹੋਏਗਾ ਹੋਰ ਪਾਇਆ ਜਾ ਸਕਦਾ ਹੈ, ਵੱਧ ਹੋਏਗਾ ਸਮੱਸਿਆ ਖੜੀ ਹੋ ਜਾਏਗੀ, ਸਾਰੀ ਦਾਲ ਸਬਜ਼ੀ ਬੇਸਵਾਦੀ ਹੋ ਜਾਏਗੀ। ਹੈ ਜਦੋਂ ਮੈਂ ਚੌਥੀ ਜਮਾਤ 'ਚ ਮੈਨੂੰ ਮਜਬੂਰੀ 'ਚ ਰੋਟੀਆਂ ਪਕਾਉਣੀਆਂ ਪਰਿਵਾਰ ਦੀਆਂ ਸਿੱਖਣੀਆਂ ਪਈਆਂ। ਮਾਤਾ ਜੀ ਇੰਨੇ ਸਨ ਹੋ ਚੁੱਕੇ ਉਦੋਂ, ਉਹਨਾਂ ਕਹਿੰਦੇ ਪੁੱਤਰ ਪਹਿਲਾਂ ਲੂਣ ਮਿਰਚਾਂ ਘੱਟ ਪਾਉਣੀਆਂ ਨੇ, ਬਣਾ ਲੈ ਇਸ ਨੂੰ, ਠੀਕ ਹੈ, ਫਿਰ ਆਪਾਂ ਚੱਖ ਕੇ ਵੇਖ ਲਾਂਗੇ, ਘੱਟ ਹੋਇਆ ਪਾ ਲਾਂਗੇ, ਜੇ ਲੂਣ ਮਿਰਚਾਂ ਜ਼ਿਆਦਾ ਹੋਈਆਂ ਫਿਰ ਬੜਾ ਔਖਾ ਹੋਏਗਾ, ਕਿਵੇਂ ਕਰਾਂਗੇ। ਚਲੋ ਤਰੀ ਵਾਲੀ ਸਬਜ਼ੀ ਤਾਂ ਆਪਾਂ ਪਾਣੀ ਹੋਰ ਪਾ ਕੇ ਉਬਾਲ ਲਾਂਗੇ, ਦੁਬਾਰਾ ਉਹਦਾ ਲੂਣ ਮਿਰਚਾਂ ਠੀਕ ਕਰ ਲਾਂਗੇ। ਸੁੱਕੀ ਸਬਜ਼ੀ ਦਾ ਕੀ ਕਰਾਂਗੇ। ਇਸ ਲਈ ਕਹਿੰਦੇ ਪਹਿਲਾਂ ਥੋੜ੍ਹਾ ਪਾ ਲੈ, ਫਿਰ ਚੈੱਕ ਕਰ ਲੈ, ਜੇ ਘੱਟ ਹੈ ਫਿਰ ਹੋਰ ਪਾ ਲੈ, ਫਿਰ ਚੈੱਕ ਕਰ। ਜੋ ਤੇਰੀ ਤਸੱਲੀ ਜੇ ਹਾਂ ਹੁਣ ਲੂਣ ਮਿਰਚਾਂ ਠੀਕ ਨੇ, ਉਦੋਂ ਪਰਿਵਾਰ ਨੂੰ ਵਰਤਾਣੀ ਹੈ। ਅਤੇ ਮੇਰਾ ਖਿਆਲ ਜਿੰਨੇ ਕਥਾ ਸੁਣ ਰਹੇ ਹੋ ਅੱਗੇ ਤੋਂ ਖਿਆਲ ਰੱਖੋਗੇ, ਤਾਂ ਹੀ ਤੁਹਾਨੂੰ ਅਫਸੋਸ ਨਾ ਵੀ ਪ੍ਰਾਹੁਣਾ ਆਇਆ ਅਤੇ ਓਹੋ ਇਹ ਤਾਂ ਲੂਣ ਹੀ ਲੂਣ ਹੋ ਗਿਆ ਹੈ ਦਾਲ 'ਚ। ਹੈ ਕਈ ਵਾਰੀ ਬੰਦਾ ਕਹਿੰਦਾ ਨਹੀਂ ਹੈਗਾ ਵੀ ਚਲੋ ਆਪਾਂ ਤਾਂ ਗੈਸਟ ਆਏ ਹਾਂ, ਕੀ ਅਗਲਾ ਮਨ ਖਰਾਬ ਕਰਨਾ, ਪਰ ਫਿਰ ਵੀ ਬਾਅਦ ਦੇ ਵਿੱਚ ਨੋਟਿਸ ਲਿਆ ਦੇਣਾ ਚਾਹੀਦਾ, ਭਾਈ ਤੁਸੀਂ ਲੂਣ ਜ਼ਿਆਦਾ ਖਾਂਦੇ ਹੋ, ਮੈਂ ਇੰਨਾ ਨਹੀਂ ਖਾਂਦਾ, ਅੱਗੇ ਤੋਂ ਖਿਆਲ ਰੱਖਣਾ, ਮੇਰੇ ਲਈ ਥੋੜ੍ਹਾ ਪਾਉਣਾ, ਬਸ ਹੋਰ ਕੀ ਹੁੰਦਾ, ਸਮਝਾਉਣਾ ਹੀ ਹੁੰਦਾ। ਸੋ ਇਹ ਨਾ ਕਥਾ ਦੇ ਵਿੱਚ ਤੁਸੀਂ ਮੇਰੇ ਵਿਦਿਆਰਥੀ ਹੋ। ਦੇਖੋ ਮੇਰੇ 2310 ਵਿਦਿਆਰਥੀ ਨੇ, 2310 ਨੇ ਮੇਰੇ ਤੋਂ ਸੰਥਿਆ ਲਈ ਹੋਈ ਹੈ। 2310 ਤੇ ਮੇਰੇ ਵਿਦਿਆਰਥੀ ਹੀ ਨੇ। ਇਸ ਲਈ ਮੈਂ ਜਦੋਂ ਕਥਾ ਕਰ ਰਿਹਾ ਹਾਂ, ਮੈਂ ਚਾਹੁੰਦਾ ਕਿ ਜੇ ਉਹਨਾਂ ਦਾ ਉਚਾਰਨ ਥੋੜ੍ਹਾ ਬਹੁਤਾ ਉਹਨਾਂ ਨੂੰ ਭੁੱਲ ਗਿਆ ਹੈ, ਮੈਂ ਵਿੱਚ ਉਚਾਰਨ 'ਤੇ ਤਾਂ ਜ਼ੋਰ ਦਿੰਦਾ ਕਿ ਉਹਨਾਂ ਦਾ ਪਾਠ ਸ਼ੁੱਧ ਹੋ ਜਾਵੇ। ਇਹ ਦੂਰਾ ਮੇਰਾ ਕੰਮ ਹੈ। ਇਹ ਨਾਲ ਐਂ ਸਮਝੋ ਤੁਹਾਡੀ ਸੰਥਿਆ ਵੀ ਹੋ ਰਹੀ ਹੈ ਅਤੇ ਨਾਲ ਅਰਥ ਵੀ ਹੋ ਰਹੇ ਹਨ, ਅਤੇ ਬਾਕੀ ਜੋ ਮੈਂ ਨਾਲ ਸਮਝਾਉਣਾ ਹੈ ਉਹ ਹਿੰਟ ਦਿੰਦਾ ਰਹਿਣਾ ਹਾਂ। ਕਿਉਂਕਿ ਜਿਹੜੇ ਵਿਦਿਆਰਥੀ ਹੁੰਦੇ ਨੇ ਆਪਣਾ ਇੱਕ ਪਰਿਵਾਰ ਹੁੰਦਾ ਹੈ। ਟੀਚਰ ਸਟੂਡੈਂਟ ਦਾ ਜੋ ਰਿਲੇਸ਼ਨ ਹੈ ਨਾ, ਇਹ ਬੜਾ ਪਵਿੱਤਰ ਰਿਲੇਸ਼ਨ ਹੁੰਦਾ। ਠੀਕ ਹੈ, ਟੀਚਰ ਕਲਾਸ ਦੇ ਵਿੱਚ ਜ਼ਰੂਰ ਸਖਤ ਹੁੰਦਾ ਹੈ, ਪਰ ਕਲਾਸ ਤੋਂ ਬਾਅਦ ਵਿਦਿਆਰਥੀ ਨੂੰ ਆਪਣੇ ਬੱਚਿਆਂ ਦੀ ਤਰ੍ਹਾਂ ਹੀ ਪਿਆਰ ਕਰਦਾ ਹੈ। ਇਸ ਲਈ ਕਿਉਂਕਿ ਮੇਰੀ ਉਮਰ ਤੁਹਾਡੇ ਤੋਂ ਤਕਰੀਬਨ ਇੱਕ ਅੱਧੇ ਨੂੰ ਛੱਡ ਕੇ ਬਾਕੀ ਸਭ ਤੋਂ ਵੱਡੀ ਹੈ। ਮੇਰੀ 77.5 ਸਾਲ ਉਮਰ ਹੋ ਗਈ ਹੈ, ਤਾਂ ਮੇਰੇ ਵਿਦਿਆਰਥੀ ਇੱਕ ਦੋ ਵਿਦਿਆਰਥੀਆਂ ਨੂੰ ਛੱਡ ਕੇ ਬਾਕੀ ਸਾਰੇ ਮੇਰੇ ਤੋਂ ਛੋਟੀ ਉਮਰ ਦੇ ਨੇ। ਇਸ ਲਈ ਮੈਂ ਆਪਣਾ ਇੱਕ ਪਰਿਵਾਰ ਤੁਹਾਨੂੰ ਸਮਝਦਾ ਹਾਂ।
ਅਤੇ ਜਿਵੇਂ ਪਰਿਵਾਰ ਨੂੰ ਸਮਝਾਈਦਾ ਹੈ, ਪਰਿਵਾਰ ਨਾਲ ਗੱਲਾਂ ਕਰਦੇ, ਮੈਂ ਐਕਚੁਅਲੀ ਇਸੇ ਤਰ੍ਹਾਂ ਹੀ ਕਰ ਰਿਹਾ। ਹਾਂ, ਕੋਈ ਹੋਰ ਲਾਭ ਉਠਾ ਰਿਹਾ ਜਿਹੜਾ ਮੇਰਾ ਵਿਦਿਆਰਥੀ ਨਹੀਂ, ਤਾਂ ਚਲੋ ਭਲਾ ਭਾਈ, ਕੋਈ ਲਾਭ ਉਠਾ ਲੇਗਾ, ਉਹਦਾ ਭਲਾ ਹੋ ਜਾਏਗਾ। ਸੋ ਗੁਰੂ ਮਹਾਰਾਜ ਕਹਿੰਦੇ, ਪਾਰ ਬ੍ਰਹਮ ਕੀ ਜਿਸ ਮਨ ਭੂਖ, ਜਿਹਦੇ ਮਨ 'ਚ ਪਰਮਾਤਮਾ ਨੂੰ ਮਿਲਣ ਦੀ ਤਮੰਨਾ ਪੈਦਾ ਹੋ ਜਾਏ ਨਾ, ਭੁੱਖ, ਬੜੀ ਇੱਛਾ, ਤੀਬਰ ਇੱਛਾ, ਪਰਮਾਤਮਾ ਨੂੰ ਮਿਲਣ ਦੀ ਜਿਸ ਦੇ ਮਨ ਨੂੰ ਭੁੱਖ ਲੱਗ ਗਈ, ਭਾਵ ਜਿਹਦੇ ਮਨ 'ਚ ਇੱਛਾ ਪੈਦਾ ਹੋ ਗਈ ਕਿ ਮੈਂ ਪਰਮਾਤਮਾ ਨੂੰ ਮਿਲਣਾ, ਜਦੋਂ ਭੁੱਖ ਲੱਗੀ ਹੁੰਦੀ ਹੈ ਫਿਰ ਰੋਟੀ ਦੀ ਭਾਲ ਕਰਦੇ ਨਾ, ਫਿਰ ਰੋਟੀ ਦੀ ਭਾਲ ਕਰਦੇ ਹਾਂ। ਜੇ ਭੁੱਖ ਨਾ ਹੋਵੇ ਫਿਰ ਨਖਰੇ ਕਰਦੇ, ਮਾਂ ਕਹਿੰਦੀ ਖਾ ਲੈ ਪੁੱਤ, ਕਦੇ ਉੱਧਰ ਨੂੰ ਜਾਂਦਾ, ਕਦੇ ਉੱਧਰ ਨੂੰ ਜਾਂਦਾ, ਮਾਂ ਕਹਿੰਦੀ ਵੀ ਖਾ ਲੈ, ਹੁਣ ਭੁੱਖ ਹੈ ਨਹੀਂ, ਕਦੇ ਉੱਧਰ ਜਾਂਦੇ, ਕਦੇ ਉੱਧਰ ਜਾਂਦੇ। ਜੇ ਲੱਗੀ ਹੋਵੇ ਭੁੱਖ, ਫਿਰ ਮਾਂ ਨੂੰ ਮਰੋ ਗਲਬੱਕੜੀ ਪਾਈ ਹੁੰਦੀ ਛੋਟੇ ਜਵਾਕ ਨੂੰ, ਵੀ ਛੇਤੀ ਕਰ ਰੋਟੀ ਦੇ, ਭੁੱਖ ਲੱਗੀ ਹੈ ਨਾ। ਜਦੋਂ ਪਰਮਾਤਮਾ ਨੂੰ ਮਿਲਣ ਦੀ ਭੁੱਖ ਲੱਗ ਜਾਏਗੀ ਨਾ, ਨਾਨਕ ਤਿਸੈ ਨ ਲਾਗੈ ਦੁੱਖ, ਉਹਨੂੰ ਫਿਰ ਦੁੱਖ ਲੱਗਦਾ ਹੀ ਨਹੀਂ ਹੈਗਾ। ਕਿਉਂ? ਉਹਦਾ ਸਾਰਾ ਧਿਆਨ ਹੀ ਪਰਮਾਤਮਾ ਵੱਲ ਨੂੰ ਹੋ ਜਾਂਦਾ ਹੈ, ਅਤੇ ਪਰਮਾਤਮਾ ਕੋਲ ਸੁੱਖ ਹੀ ਸੁੱਖ ਨੇ, ਪਰਮਾਤਮਾ ਕੋਲ ਦੁੱਖ ਤਾਂ ਹੈ ਹੀ ਨਹੀਂ, ਪਰਮਾਤਮਾ ਕੋਲ ਦੁੱਖ ਤਾਂ ਹੈ ਹੀ ਨਹੀਂ, ਉਹਦੇ ਕੋਲ ਤਾਂ ਸੁੱਖ ਹੀ ਸੁੱਖ ਨੇ, ਉਹਦੇ ਕੋਲ ਤਾਂ ਆਨੰਦ ਹੀ ਆਨੰਦ ਹੈ। ਅਤੇ ਜੋ ਕੁਛ ਕਿਸੇ ਕੋਲ ਹੁੰਦਾ ਉਹੀ ਉਹ ਦੂਜਿਆਂ ਨੂੰ ਦੇ ਸਕਦਾ ਹੈ। ਜੇ ਪਰਮਾਤਮਾ ਕੋਲ ਦੁੱਖ ਹੁੰਦੇ ਤਾਂ ਜ਼ਰੂਰ ਸਾਨੂੰ ਦੁੱਖ ਦਿੰਦਾ, ਉਹਦੇ ਕੋਲ ਦੁੱਖ ਹੈ ਹੀ ਨਹੀਂ। ਜੇ ਅਸੀਂ ਦੁਖੀ ਹਾਂ ਤਾਂ ਇਹ ਤਾਂ ਆਪਣੇ ਮੂਰਖਾਂ ਵਾਲੇ ਕਰਮਾਂ ਕਾਰਨ ਦੁਖੀ ਹਾਂ, ਪਰਮਾਤਮਾ ਸਾਨੂੰ ਦੁੱਖ ਨਹੀਂ ਦਿੰਦਾ। ਇਸ ਲਈ ਜਿਹਨੂੰ ਪਰਮਾਤਮਾ ਨੂੰ ਮਿਲਣ ਦੀ ਤਮੰਨਾ ਪੈਦਾ ਹੋ ਜੇ, ਭੁੱਖ ਲੱਗ ਜੇ ਨਾ, ਨਾਨਕ ਤਿਸੈ ਨ ਲਾਗੈ ਦੁੱਖ, ਉਹਨੂੰ ਦੁੱਖ ਲੱਗਦੇ ਹੀ ਨਹੀਂ ਹੈਗੇ, ਉਹ ਸੁਖੀ ਰਹਿੰਦਾ, ਆਨੰਦ ਦੇ ਵਿੱਚ ਰਹਿੰਦਾ। ਸਤਿਕਾਰਯੋਗ ਸਾਥੀ, ਸਮਾਂ ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।